ये जल सब तै बरसा बरसै भाई सुभाए से बिरखा हरियावले जो गुरमुख रहे समाए। नानक नदरी सुख होए इना जनता का दुख जाए। महला तीजा भिन्नी रैन चमकिया बुठा शहर लाए। जित बुठै अन्न धन बहुत उपजै जान शह करे रजाए। जित खादै मन तृप्ति है जिया जुगत समाए। ये धन करते का खेल है कदे आवे कदे जाए। ज्ञानियों का धन नाम है सद ही रह समाए। नानक जिनको नदर करे तां ये धन पल्ले पाए। पौड़ी आप कराए करे आप आऊं कैस्यों करी पुकार। आपे देखा मंगसी आप कराए कार। जो तिस भावै सो थीयै हुक्म करेगा वार। आप छड़ाए छुटियै आपे बख्शनहार। आपे देखै सुने आप सब सै दे आधार। सब में एक वरतदा सिर सिर करे विचार। गुरमुख आप विचारिय लगै सच प्यार। नानक किसनो आखिय आपे देवनहार। श्लोक महला तीजा बागीहा ये जगत है मत को भरम भुलाए। ये बागीहा पशु है इसनो बूझण नाहे। हाँ जी, कल आपां पाठ करदे ਆਂ ਜਦੋਂ ਦਰਸ਼ਨ ਕਰ ਰਹੇ ਸਾਂ ਤਾਂ ਆਪਣੇ ਧਿਆਨ ਵਿੱਚ ਆ ਰਿਹਾ ਸੀ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਸ਼ਲੋਕ ਲਗਾਤਾਰ ਅਸੀਂ ਇਹ ਪੜ੍ਹਦੇ ਆ ਰਹੇ ਹਾਂ ਪੌੜੀਆਂ ਦੇ ਨਾਲ। ਔਰ ਮਹਾਰਾਜ ਨੇ ਇੱਕ ਸ਼ਬਦ ਵਾਰ-ਵਾਰ ਇਹਨਾਂ ਸ਼ਲੋਕਾਂ 'ਚ ਵਰਤਿਆ, ਬਾਬੀਹਾ। ਔਰ ਕੱਲ ਵੀ ਆਪਾਂ ਜ਼ਿਕਰ ਕਰ ਰਹੇ ਸਾਂ ਕਿ ਬਾਬੀਹਾ ਇੱਕ ਛੋਟਾ ਜਿਹਾ ਪੰਛੀ ਹੈ ਜਿਹੜਾ ਬਰਸਾਤ ਦੇ ਦਿਨਾਂ 'ਚ ਆਮ ਤੌਰ ਤੇ ਦੇਖਿਆ ਜਾ ਸਕਦਾ। ਉਹ ਗਰਮੀ ਦੇ ਇਸ ਮੌਸਮ ਦੇ ਅੰਦਰ ਚੀਕਦਾ ਹੈ, ਬੋਲਦਾ ਹੈ ਔਰ ਹਲਚਲ ਕਰਦਾ ਨਜ਼ਰ ਆਉਂਦਾ ਹੈ। ਕਦੀ ਕਿਸੇ ਇੱਕ ਪਾਸਿਓਂ ਉੱਡ ਕੇ ਦੂਜੇ ਪਾਸੇ, ਉਧਰੋਂ ਉੱਡ ਕੇ ਦੂਜੇ ਪਾਸੇ, ਉਹ ਲਗਾਤਾਰ ਹਲਚਲ ਵਿੱਚ ਰਹਿੰਦਾ ਹੈ। ਸਤਿਗੁਰੂ ਜੀ ਨੇ ਬਾਬੀਹਾ ਸ਼ਬਦ ਵਰਤਿਆ ਔਰ ਨਾਲ ਅੱਜ ਦੇ ਇਸ ਸ਼ਲੋਕ 'ਚ ਆਪਾਂ ਦਰਸ਼ਨ ਕਰ ਰਹੇ ਹਾਂ। ਮਹਾਰਾਜ ਨੇ ਬਾਬੀਹਾ ਸ਼ਬਦ ਵਾਰ-ਵਾਰ ਵਰਤਦਿਆਂ ਇੱਥੇ ਆਣ ਕੇ ਭੁਲੇਖਾ ਕੱਢ ਦਿੱਤਾ। ਸਤਿਗੁਰੂ ਆਖਣ ਲੱਗੇ ਬਾਬੀਹਾ ਇਹ ਜਗਤ ਹੈ। ਭਾਈ ਮੈਂ ਇਸ ਸੰਸਾਰ ਦੀ ਗੱਲ ਕਰ ਰਿਹਾ, ਤੁਸੀਂ ਕਿਸੇ ਇੱਕ ਪੰਛੀ ਦੇ ਮਗਰ ਨਾ ਲੱਗ ਜਾਣਾ ਕਿ ਪੰਛੀ ਉੱਡਦਾ ਹੈ, ਪੰਛੀ ਦੇ ਬੱਦਲਾਂ ਵੱਲ ਵੇਖ ਕੇ ਬਰਸਾਤ ਦੇ ਮੌਸਮ ਦੇ ਅੰਦਰ ਉਹ ਵਾਰ-ਵਾਰ ਬੋਲਦਾ ਹੈ, ਚੀਕਦਾ ਹੈ। ਤੁਸੀਂ ਇਕੱਲੀਆਂ ਪੰਛੀ ਦੀਆਂ ਕਹਾਣੀਆਂ ਹੀ ਨਾ ਪਾਈ ਜਾਇਓ। ਪੰਛੀ ਦੀ ਗੱਲ ਕਰਦੇ ਹਾਂ, ਸਤਿਗੁਰੂ ਕਹਿੰਦੇ ਮੇਰੇ ਨਿਸ਼ਾਨੇ ਦੇ ਉੱਤੇ ਅਸਲ ਦੇ ਵਿੱਚ ਮੇਰੇ ਧਿਆਨ 'ਚ ਮੇਰੇ ਕੇਂਦਰ ਬਿੰਦੂ ਵਿੱਚ ਇਹ ਸੰਸਾਰ ਹੈ। ਮੈਂ ਗੱਲ ਸੰਸਾਰ ਦੀ ਕਰ ਰਿਹਾ, ਮੈਂ ਪਪੀਏ ਦੀ ਗੱਲ ਨਹੀਂ ਕਰ ਰਿਹਾ। ਉਹ ਉਦਾਹਰਣ ਦੇ ਤੌਰ ਤੇ ਮਹਾਰਾਜ ਨੇ ਵਰਤਿਆ। ਦੇਖੋ ਬਾਬੀਹਾ ਇਹ ਜਗਤ ਹੈ ਮਤ ਕੋ ਭਰਮ ਭੁਲਾਏ। ਮਤਾਂ ਕੋਈ ਭੁਲੇਖੇ 'ਚ ਰਹਿ ਜਾਇਓ। ਇਹ ਬਾਬੀਹਾ ਪਸ਼ੂ ਹੈ ਇਸ ਨੂੰ ਬੂਝਣ ਨਾ ਹੈ। ਪਹਿਲਾਂ ਕਿਹਾ ਇਹ ਸੰਸਾਰ ਬਬੀਆ ਆ, ਫਿਰ ਨਾਲ ਦੂਜੇ ਨੰਬਰ ਤੇ ਕਹਿੰਦੇ ਨੇ ਇਹ ਤਾਂ ਹੈ ਹੀ ਪਸ਼ੂ ਆ। ਜਗਤ ਹੈ ਬਬੀਆ ਪਰ ਇਹ ਪਸ਼ੂ ਆ। ਇਸ ਨੂੰ ਬੂਝਣ ਨਾ ਹੈ। ਇਹਨੂੰ ਸਮਝ ਨਹੀਂ ਹੈਗੀ, ਇਹਨੂੰ ਬੁੱਝਣਾ ਨਹੀਂ ਆਉਂਦਾ, ਇਹਨੂੰ ਜਾਣਨਾ ਨਹੀਂ ਆਉਂਦਾ। ਇਹ ਬੇਅਕਲੀ ਦੇ ਸਹਾਰੇ ਨਾਲ ਚੱਲਦਾ ਆ। ਤੋ ਇਸ ਨੂੰ ਧਿਆਨ 'ਚ ਰੱਖਿਓ। ਜਦੋਂ ਵੀ ਅਸੀਂ ਪਾਠ ਕਰ ਰਹੇ ਹਾਂ ਬਹੁਤ ਸਾਰੇ ਕਈ ਵਾਰ ਸੰਕੇਤ ਸਾਡੇ ਸਾਹਮਣੇ ਇਦਾਂ ਦੇ ਆ ਜਾਂਦੇ ਆ, ਅਸੀਂ ਸੰਕੇਤਾਂ ਦੇ ਮਗਰ ਲੱਗ ਜਾਂਦੇ ਹਾਂ। ਪਰ ਜਿਹੜੀ ਗੱਲ ਸਤਿਗੁਰੂ ਗੁਰਮਤ ਦੀ ਅਸਲ 'ਚ ਉਹਦੇ ਰਾਹੀਂ ਦੇਣੀ ਚਾਹੁੰਦੇ ਉਦਾਹਰਣ ਦੇ ਰਾਹੀਂ, ਉਹ ਸਾਡੇ ਕੋਲੋਂ ਛੁੱਟ ਜਾਂਦੀ ਆ।
ਅਸੀਂ ਕਿਸੇ ਇੱਕ ਕਹਾਣੀ ਮਗਰ ਲੱਗ ਜਾਂਦੇ ਆ, ਕਹਾਣੀ ਭਾਰੂ ਹੋ ਜਾਂਦੀ ਆ, ਗੁਰਮਤਿ ਥੱਲੇ ਰਹਿ ਜਾਂਦੀ ਆ। ਪਰ ਜਦੋਂ ਅਸੀਂ ਇੱਥੇ ਸ਼ਲੋਕਾਂ ਨੂੰ ਲਗਾਤਾਰ ਲੜੀਵਾਰ ਪੜ੍ਹਦੇ ਆ ਰਹੇ ਹਾਂ ਤੇ ਮਹਾਰਾਜ ਨੇ ਉਹ ਭੁਲੇਖਾ ਕੱਢ ਦਿੱਤਾ ਕਿ ਭਾਈ ਪਪੀਏ ਦੀ ਇਕੱਲੇ ਦੀ ਕਹਾਣੀ ਨਹੀਂ ਮੈਂ ਪਾ ਰਿਹਾ, ਪਪੀਏ ਦੇ ਰਾਹੀਂ ਕਹਾਣੀ ਮੈਂ ਜਗਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇਹ ਜਗਤ ਭੁੱਖਾ ਹੈ, ਧਿਆਇਆ ਹੈ ਤਾਂ ਚੀਕਦਾ ਹੈ, ਇਹਦੀ ਤੜਫਣਾ, ਇਹਦੀ ਭਟਕਣਾ ਇਸ ਕਰਕੇ ਬਣੀ ਹੋਈ ਆ ਕਿਉਂਕਿ ਇਹਦੇ ਕੋਲ ਸਤਿਗੁਰੂ ਦਾ ਅੰਮ੍ਰਿਤ ਨਾਮ ਨਹੀਂ ਹੈ ਜੀ। ਅੰਮ੍ਰਿਤ ਹਰਿ ਕਾ ਨਾਮ ਹੈ, ਜਿਤ ਪੀਤੈ ਤਿਖ ਜਾਏ। ਨਾਨਕ ਗੁਰਮੁਖ ਜਿਨ ਪੀਆ, ਤਿਨ ਬਵੜ ਨ ਲਾਗੀ ਆਏ। ਮਹਿਲਾ ਤੀਜਾ। ਮਲਾਰ ਸੀਤਲ ਰਾਗ ਹੈ, ਹਰ ਧਿਆਨੈ ਸ਼ਾਂਤ ਹੋਏ। ਸਤਿਗੁਰੂ ਨੇ ਰਾਗਾਂ ਦੀ ਥਿਊਰੀ ਨੂੰ ਸਾਹਮਣੇ ਰੱਖਦਿਆਂ ਬਹੁਤ ਸੋਹਣਾ ਵਿਚਾਰ ਦਿੱਤਾ। ਆਖਣ ਲੱਗੇ ਇਹ ਠੀਕ ਹੈ, ਰਾਗਾਂ ਦੇ ਆਧਾਰਿਤ ਜਿਹੜੀ ਰਾਗ ਸ਼ੈਲੀ ਹੈ ਉਹਦੇ ਆਧਾਰਿਤ ਜਿਹੜਾ ਮਲਾਰ ਰਾਗ ਹੈ ਉਹ ਸੀਤਲ ਰਾਗ ਹੈ, ਠੰਡਾ ਰਾਗ ਹੈ। ਮਲਾਰ ਠੰਡਾ ਰਾਗ ਹੈ, ਪਰ ਨਾਲ ਮਹਾਰਾਜ ਕਹਿੰਦੇ ਨੇ ਭਾਈ ਮਲਾਰ ਤਾਂ ਠੰਡਾ ਹੈ, ਤੁਸੀਂ ਵੀ ਸ਼ਾਂਤ ਹੋ ਸਕਦੇ ਹੋ, ਤੁਸੀਂ ਵੀ ਠੰਡੇ ਹੋ ਸਕਦੇ ਹੋ। ਤੇ ਉਹ ਤੁਹਾਡੇ ਠੰਡੇ ਹੋਣ ਲਈ ਕੀ ਤਰੀਕਾ ਆ? ਹਰ ਧਿਆਏ ਸ਼ਾਂਤ ਹੋਏ। ਮਲਾਰ ਤਾਂ ਸੀਤਲ ਹੈ, ਤੁਸੀਂ ਵੀ ਸੀਤਲ ਹੋ ਸਕਦੇ ਹੋ ਜੇ ਹਰੀ ਨੂੰ ਧਿਆ ਲਿਆ ਜਾਏ ਤਾਂ ਜੀ। ਹਰ ਜੀਉ ਆਪਣੀ ਕਿਰਪਾ ਕਰੇ, ਤਾਂ ਵਰਤੈ ਸਭ ਲੋਏ। ਉਠੈ ਜੀਆਂ ਜੁਗਤ ਹੋਏ, ਧਰਨੀ ਨੋ ਸ਼ਿੰਗਾਰ ਹੋਏ। ਨਾਨਕ ਇਹ ਜਗਤ ਸਭ ਜਲ ਹੈ, ਜਲ ਹੀ ਤੇ ਸਭ ਕੋਏ। ਗੁਰ ਪ੍ਰਸਾਦੀ ਕੋ ਗਿਰਲਾ ਬੂਝੈ, ਸੋ ਜਨ ਮੁਕਤ ਸਦਾ ਹੋਏ। ਪੌੜੀ। ਸੱਚਾ ਬੇਪਰਵਾਹ ਹੈ, ਇੱਕੋ ਤੂੰ ਧਨੀ। ਸੱਚਾ ਬੇਪਰਵਾਹ। ਸੱਚਾ ਬੇਪਰਵਾਹ, ਇੱਕੋ ਤੂੰ ਧਨੀ। ਤੂੰ ਸਭ ਕਿਛ ਆਪੇ ਆਪ, ਦੂਜੇ ਕਿਸ ਗਣੀ। ਮਾਨਸ ਕੂੜਾ ਗਰਭ, ਸੱਚੀ ਤੁਧ ਮਣੀ। ਆਵਾ ਕੌਣ ਰਚਾਏ, ਉਪਾਈ ਮੇਦਨੀ। ਸਤਿਗੁਰ ਸੇਵੇ ਆਪਣਾ, ਆਇਆ ਤਿਸ ਗਣੀ। ਜੇ ਹਉਮੈ ਵਿੱਚੋਂ ਜਾਏ, ਤਾਂ ਕਿਹੀ ਗਣਤ ਗਣੀ। ਵਾਹ। ਮਨਮੁਖ ਮੋਹ ਗਵਾਰ, ਜਿਉ ਭੁੱਲਾ ਮੰਝ ਬਣੀ। ਕੱਟੇ ਪਾਪ ਅਸੰਖ, ਨਾਮੈ ਇੱਕ ਕਣੀ। ਸ਼ਲੋਕ ਮਹਿਲਾ ਤੀਜਾ। ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ, ਮਹਿਲ ਦੇਖ ਅਰਦਾਸ ਪਾਏ। ਹਾਂ, ਸਾਡੇ ਸਾਹਮਣੇ ਫਿਰ ਸ਼ਲੋਕ ਆ ਰਿਹਾ। ਬਾਬੀਹਾ ਸਤਿਗੁਰੂ ਸੰਬੋਧਨ ਕਰਕੇ ਬਾਬੀਏ ਨੂੰ ਕਹਿੰਦੇ ਬਾਬੀਹਾ। ਤੇ ਅਸੀਂ ਪਿਛਲੇ ਸ਼ਲੋਕ ਨੂੰ ਹੁਣ ਸਾਹਮਣੇ ਰੱਖਦੇ ਹਾਂ। ਅਸੀਂ ਕਹਿ ਸਕਦੇ ਹਾਂ, ਹੇ ਜਗਤ, ਹੇ ਸੰਸਾਰ, ਖਸਮੇ ਕਾ ਮਹਿਲ ਨਾ ਜਾਣਹੀ। ਹੇ ਜਗਤ, ਹੇ ਪਪੀਏ, ਤੂੰ ਖਸਮ ਦਾ ਮਹਿਲ, ਖਸਮ ਦਾ ਟਿਕਾਣਾ ਜਾਣਦਾ ਨਹੀਂ, ਤੈਨੂੰ ਪਤਾ ਨਹੀਂ, ਤੂੰ ਜਾਣਿਆ ਨਹੀਂ ਹੈ। ਇਸੇ ਕਰਕੇ ਤੇਰਾ ਇਹ ਸਾਰਾ ਜਿੰਨਾ ਭਟਕਣਾ ਬਣੀ ਹੋਈ ਆ, ਜਿੰਨੀ ਤੇਰੀ ਇਹ ਤਿੱਖਾ ਵਧੀ ਹੋਈ ਆ, ਇਹ ਇਸੇ ਕਰਕੇ ਹੀ ਆ, ਤੈਨੂੰ ਪਤਾ ਹੀ ਨਹੀਂ ਆ, ਤੂੰ ਟੁੱਟਾ ਹੋਇਆ ਉਹਦੇ ਤੋਂ ਜੀ। ਆਪਣੇ ਭਾਣੈ ਬਹੁਤਾ ਬੋਲੈ, ਬੋਲਿਆ ਥਾਏ ਨਾ ਪਾਏ। ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਬਾਬੀਹਾ ਕਿਆ ਬਪੂੜਾ, ਜਗਤੈ ਕੀ ਦਿਖ ਜਾਏ। ਭਾਈ ਜੇ ਪਪੀਏ ਦੀ ਗੱਲ ਕਰਦੇ ਹੋ ਤੇ ਜਿੰਨਾ ਮੀਂਹ ਪੈਂਦਾ ਆ, ਪਪੀਏ ਦੀ ਤਿੱਖ ਤਾਂ ਕੀ, ਇੱਥੇ ਤਾਂ ਜੇ ਗੁਰੂ ਦੇ ਅੰਮ੍ਰਿਤ ਨਾਮ ਵੱਲ ਧਿਆਨ ਦਈਏ ਤੇ ਸਾਰੇ ਜਗਤ ਦੀ ਪਿਆਸ ਵੀ ਬੁਝਦੀ ਆ, ਇਹਦੀ ਪਿਆਸ ਵੀ ਮੁੱਕ ਜਾਂਦੀ ਆ। ਹਾਂਜੀ। ਮਹਿਲਾ ਤੀਜਾ। ਬਾਬੀਹਾ ਭਿੰਨੀ ਰਹਿਣ ਬੋਲਿਆ, ਸਹਜੇ ਸੱਚ ਸੁਭਾਏ। ਇਹ ਜਲ ਮੇਰਾ ਜੀਉ ਹੈ, ਜਲ ਬਿਨ ਰਹਿਣ ਨਾ ਜਾਏ। ਵਾਹ ਵਾਹ। ਗੁਰ ਸ਼ਬਦੀ ਜਲ ਪਾਈਐ, ਵਿੱਚੋਂ ਆਪ ਗਵਾਏ। ਨਾਨਕ ਜਿਸ ਬਿਨ ਜਸਾ ਨਾ ਜੀਵੰਦੀ, ਸੋ ਸਤਿਗੁਰ ਦੀਆ ਮਿਲਾਏ। ਪੌੜੀ। ਵਾਹ। ਖੰਡ ਪਤਾਲ ਅਸੰਖ, ਮੈਂ ਗਣਤ ਨਾ ਹੋਈ। ਤੂੰ ਕਰਤਾ ਗੋਬਿੰਦ, ਤੁਧ ਸਿਰਜੀ ਤੁਧੈ ਕੋਈ।
184 ਮੇਦਨੀ ਤੁਝ ਹੀ ਤੇ ਹੋਈ, ਇੱਕ ਰਾਜੇ ਖਾਨ ਮਲੂਕ ਕਹੈ ਕਹਾਵੈ ਕੋਈ। ਇੱਕ ਸ਼ਾਹ ਸਦਾਵੇਂ ਸੰਤ ਇੱਕ ਸ਼ਾਹ ਸਦਾਵੈ ਸੰਚ ਧਨ, ਦੂਜੈ ਪਤ ਕੋਈ। ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਬਿਨ ਨਾਮੈ ਬਾਜ਼ਾਰੀਆ ਪੀਹਾ ਬਲ ਹੋਈ। ਕੂੜ ਨਿਕੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸ਼ਲੋਕ ਮਹਿਲਾ ਤੀਜਾ। ਬਾਬੀਹਾ ਗੁਣਵੰਤੀ ਮਹਿਲ ਪਾਇਆ, ਔਗਣਵੰਤੀ ਦੂਰ। ਅੰਦਰ ਤੇਰਾ ਹਰ ਵਸੈ, ਗੁਰਮੁਖ ਸਦਾ ਹਜ਼ੂਰ। ਕੂਕ ਪੁਕਾਰ ਨਾ ਹੋ ਗਈ, ਨਦਰੀ ਨਦਰ ਨਿਹਾਲ। ਨਾਨਕ ਨਾਮ ਰਤੇ ਸਹਜੇ ਮਿਲੇ, ਸ਼ਬਦ ਗੁਰੂ ਕੈ ਕਾਲ। ਮਹਿਲਾ ਤੀਜਾ। ਬਾਬੀਹਾ ਬੇਨਤੀ ਕਰੇ, ਕਰ ਕਿਰਪਾ ਦੇਵ ਜੀ ਦਾਨ। ਜਲ ਬਿਨ ਪਿਆਸ ਨਾ ਉਤਰੈ, ਛੁਟਕ ਜਾਣੇ ਮੇਰੇ ਪ੍ਰਾਨ। ਤੂੰ ਸੁਖ ਦਾਤਾ ਬੇਅੰਤ ਹੈ, ਗੁਣ ਦਾਤਾ ਨਿਧਾਨ। ਨਾਨਕ ਗੁਰਮੁਖ ਬਖਸ਼ ਲਏ, ਅੰਤ ਬੇਲੀ ਹੋਏ ਭਗਵਾਨ। ਪੌੜੀ। ਆਪੇ ਜਗਤ ਉਪਾਏ ਕੈ, ਗੁਣ ਔਗਣ ਕਰੇ ਵਿਚਾਰ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ। ਗੁਣ ਛੋੜ ਔਗਣ ਕਮਾਵੰਦੇ, ਦਰਗਾਹ ਹੋਏ ਖੁਆਰ। ਜੁਐ ਜਨਮ ਤਿਨਿ ਹਾਰਿਆ, ਕਿਤ ਆਏ ਸੰਸਾਰ। ਸੱਚਾ ਸ਼ਬਦ ਮਨ ਮਾਰਿਆ, ਅਹਨਸ ਨਾਮ ਪਿਆਰ। ਜਿਨੀ ਪੁਰਖੀ ਪੁਰ ਧਾਰਿਆ, ਸੱਚਾ ਅਲਖ ਅਪਾਰ। ਤੂੰ ਗੁਣ ਦਾਤਾ ਨਿਧਾਨ ਹੈ, ਅਸੀਂ ਅਗਣਿਆਰ। ਜਿਸ ਬਖਸ਼ੇ ਸੋ ਪਾਏ ਸੀ, ਗੁਰ ਸ਼ਬਦੀ ਵਿਚਾਰ। ਸ਼ਲੋਕ ਮਹਿਲਾ ਪੰਜਵਾ। ਰਾਤ ਨਾ ਬਿਹਾਵੀ ਸਾਖਤਾਂ, ਜਿਨਾ ਵਿਸਰੈ ਨਾਉ। ਰਾਤੀ ਦਿਨਸ ਸੁਹੇਲੀਆਂ, ਨਾਨਕ ਹਰ ਗੁਣ ਗਾਓ। ਮਹਿਲਾ ਪੰਜਵਾ। ਰਤਨ ਜਵੇ ਘਰ ਮਾਣਕਾ, ਹੱਪੇ ਮਣੀ ਮਥਾਨ। ਨਾਨਕ ਜੋ ਪ੍ਰਭ ਭਾਣਿਆ, ਸੱਚੈ ਦਰ ਸੁਹਾਨ। ਪੌੜੀ। ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ, ਅੰਤ ਖਲੋਆ ਆਏ। ਜੇ ਸਤਿਗੁਰ ਅੱਗੇ ਘਾਲਿਆ, ਹੋ ਨਾ ਸਕੈ ਜਮਕਾਲ। ਸੱਚਾ ਰਖਵਾਲਿਆ, ਗੁਰ ਸਾਖੀ ਜੋਤ ਜਗਾਏ। ਦੀਵਾ ਬਾਲਿਆ। ਮਨਮੁਖ ਬਿਨ ਨਾਮੈ ਕੂੜਿਆਰ, ਫਿਰੈ ਬੇਤਾਲਿਆ। ਪਸ਼ੂ ਮਾਨਸ ਚਮ ਪਲੇਟੇ, ਅੰਦਰੋਂ ਕਾਲਿਆ। ਸਭੋ ਵਰਤੈ ਸੱਚ, ਸੱਚਾ ਸ਼ਬਦ ਨਿਹਾਲਿਆ। ਨਾਨਕ ਨਾਮ ਨਿਧਾਨ ਹੈ, ਪੂਰੇ ਗੁਰ ਦੇਖਾਲਿਆ। ਸ਼ਲੋਕ ਮਹਿਲਾ ਤੀਜਾ। ਬਾਬੀ ਹੈ ਹੁਕਮ ਪਛਾਣਿਆ, ਗੁਰ ਕੈ ਸਹਿਜ ਸੁਭਾਏ। ਮੇਘ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਬਾਬੀ ਹੈ ਕੂਕ ਪੁਕਾਰ ਰਹਿ ਗਈ, ਸੁਖ ਵਸਿਆ ਮਨ ਆਏ। ਨਾਨਕ ਸੋ ਸਾਲਾਹੀਐ, ਜੇ ਦੇਂਦਾ ਸਭਨਾ ਜੀਆਂ ਰਿਜ਼ਕ ਸਮਾਏ। ਮਹਿਲਾ ਤੀਜਾ। ਚਾਤ੍ਰਿਕ ਤੂੰ ਨਾ ਜਾਣਹੀ, ਕਿਆ ਦੁੱਧ ਵਿੱਚ ਤਿਖਾ ਹੈ। ਕਿਤ ਪੀਤੈ ਤਿਖ ਜਾਏ। ਦੂਜੈ ਭਾਏ ਭਰਮਿਆ, ਅੰਮ੍ਰਿਤ ਜਲ ਪੱਲੇ ਨਾ ਪਾਏ। ਨਦਰ ਕਰੇ ਜੇ ਆਪਣੀ, ਤਾਂ ਸਤਿਗੁਰ ਮਿਲੈ ਸੁਭਾਏ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ, ਸਹਿਜੇ ਰਹਿਆ ਸਮਾਏ। ਪੌੜੀ। ਇੱਕ ਵਨ ਖੰਡ ਬੈਸੈ ਜਾਏ, ਸਾਧਨਾ ਦੇਵਹੀ। ਇੱਕ ਪਾਲਾ ਕੱਕਰ ਭੰਨ, ਸੀਤਲ ਜਲ ਹੇਵਹੀ।
ਇਕ ਭਸਮ ਚੜਾਵੈ ਅੰਗ ਮੈਲ ਨਾ ਧੋਵਹੀ। ਇਕ ਜਟਾਂ ਬਿਕਟ ਬਿਕਰਾਲ ਕੋਲ ਘਰ ਖੋਵਹੀ। ਇਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋਵਹੀ। ਇਕ ਅਗਨ ਜਲਾਵੈ ਅੰਗ ਆਪ ਵਿਗੋਵਹੀ। ਬਿਨ ਨਾਮੈ ਅਨਸ਼ਾਰ ਕਿਆ ਕਹਿ ਰੋਵਹੀ। ਸੋਹਣ ਖਸਮ ਦੁਆਰ ਜੇ ਸਤਿਗੁਰ ਸੇਵਹੀ। ਬਿਲਕੁਲ। ਸਲੋਕ ਮਹਿਲਾ ਤੀਜਾ। ਇਸ 15ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਬਹੁਤ ਸਾਰੇ ਵੱਖ-ਵੱਖ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ, ਵੱਖ-ਵੱਖ ਉਹਨਾਂ ਪ੍ਰਣਾਲੀਆਂ ਦਾ ਜ਼ਿਕਰ ਕੀਤਾ ਜਿਹੜੇ ਵੱਖਰੇ ਵੱਖਰੇ ਤੌਰ ਦੇ ਉੱਤੇ ਕੋਈ ਨਾ ਕੋਈ ਤਰੀਕਾ ਅਪਣਾ ਕੇ ਧਰਮੀ ਹੋਣ ਦਾ ਭਰਮ ਪਾਲ ਰਹੇ ਆ। ਪਹਿਲੇ ਵਿੱਚ ਜ਼ਿਕਰ ਕੀਤਾ ਮਹਾਰਾਜ ਨੇ, ਕਹਿੰਦੇ ਇੱਕ ਵਾਣਖੰਡ ਬੈਸੈਂ ਜਾਏ। ਵਾਣਖੰਡ ਜੰਗਲ ਦੇ ਕਿਸੇ ਹਿੱਸੇ 'ਚ ਜਾ ਕੇ ਬਹਿ ਗਏ। ਸੱਦ ਨਾ ਦੇਵਹੀਂ, ਆਵਾਜ਼ ਨਹੀਂ ਦਿੰਦੇ, ਮੌਨ ਧਾਰਨ ਕਰ ਲਈ ਆ। ਇੱਕ ਪਾਲਾ ਕੱਕਰ ਭੰਨ, ਇੱਕ ਉਹ ਆ ਜਿਹੜੇ ਬਰਫ਼ ਮਿੱਧਦੇ ਫਿਰਦੇ ਆ, ਪਾਲਾ ਕੱਕਰ ਝੱਲਦੇ ਫਿਰਦੇ ਆ। ਸੀਤਲ ਜਲ ਹੇਵਹੀਂ, ਜਿਹੜੇ ਠੰਡੇ ਪਾਣੀ ਦੇ ਵਿੱਚ ਜਾ ਕੇ ਸਮਾਧੀਆਂ ਲਾ ਕੇ ਖੜੇ ਆ। ਇੱਕ ਭਸਮ ਚੜਾਵੇਂ ਅੰਗ, ਇੱਕ ਉਹ ਆ ਜਿਹੜੇ ਸਵਾਹ ਮਲ ਕੇ ਅੰਗਾਂ ਦੇ ਉੱਤੇ ਤੁਰੇ ਫਿਰਦੇ ਆ। ਮੈਲ ਨਾ ਧੋਵਹੀਂ, ਇਹਨਾਂ ਨੂੰ ਵਿਚਾਰਿਆਂ ਨੂੰ ਨਹਾਉਣ ਦਾ ਵੀ ਟਾਈਮ ਨਹੀਂ। ਇੱਕ ਜਟਾਂ ਵਿਕਟ ਵਿਕਰਾਲ ਕੋਲ ਘਰ ਖੋਵਹੀਂ, ਇੱਕ ਉਹ ਨੇ ਜਿਹੜੇ ਜਟਾਵਾਂ ਰੱਖ ਕੇ ਬੈਠੇ ਆ ਤੇ ਆਪਣਾ ਕੋਲ ਆਪਣਾ ਘਰ ਸਭ ਕੁਝ ਗਵਾ ਰਹੇ ਆ। ਇੱਕ ਨਗਨ ਫਿਰੈ ਦਿਨ ਰਾਤ, ਇੱਕ ਉਹ ਨੇ ਜਿਹੜੇ ਨਿਰਵਸਤਰ ਹੋ ਕੇ ਦਿਨ ਰਾਤ ਤੁਰੇ ਫਿਰਦੇ ਆ। ਨੀਂਦ ਨਾ ਸੋਵਹੀਂ, ਉਹ ਰਾਤ ਨੂੰ ਵੀ ਸੌਣਾ ਪਸੰਦ ਨਹੀਂ ਕਰਦੇ ਕਿ ਜੇ ਸੌਂ ਗਏ ਤੇ ਸਾਡੀ ਬਿਰਤੀ ਨਾ ਟੁੱਟ ਜਾਏ। ਲਗਾਤਾਰ ਹਰ ਵੇਲੇ। ਇੱਕ ਅਗਨ ਜਲਾਵੇਂ ਅੰਗ, ਇੱਕ ਧੂਣੀਆਂ ਤਪਾ ਕੇ ਅੱਗ ਦੇ ਨੇੜੇ ਬਹਿ ਕੇ ਆਪਣੇ ਅੰਗ ਸਾੜ ਰਹੇ ਆ। ਆਪ ਵਿਗੋਵਹੀਂ, ਆਪਣਾ ਆਪ ਬਰਬਾਦ ਕਰ ਰਹੇ ਆ। ਤੇ ਅਖੀਰ ਤੇ ਮਹਾਰਾਜ ਕਹਿੰਦੇ ਆ, ਵਿਣ ਨਾਵੇਂ ਤਾਂ ਨਿਸ਼ਾਰ, ਨਾਮ ਤੋਂ ਬਿਨਾ ਸਰੀਰ ਸਵਾਹ ਦੀ ਢੇਰੀ ਆ। ਕਿਆ ਕਹਿ ਰੋਵਹੀਂ, ਕੀ ਆਖ ਕੇ ਰੋਣ ਵਿਚਾਰੇ ਹੁਣ। ਕੀ ਪ੍ਰਾਪਤੀ ਕੀਤੀ ਆ ਤੇ ਕੀ ਸਾਡੇ ਕੋਲੋਂ ਰਹਿ ਗਿਆ, ਕੀ ਲੱਭ ਗਿਆ ਤੇ ਕੀ ਗਵਾਚ ਗਿਆ, ਕੀ ਕਹਿ ਕੇ ਰੋਣ ਆਉਣੇ, ਕਿਹੜੇ ਮੁੱਦੇ ਨੂੰ ਸਾਹਮਣੇ ਰੱਖ ਕੇ ਰੋਣੇ। ਇਹਨਾਂ ਕੋਲ ਰੋਣ ਦਾ ਵੀ ਕੋਈ ਬਹੁਤਾ ਹੋਣਾ ਢੰਗ ਤਰੀਕਾ ਰਹਿ ਨਹੀਂ ਗਿਆ। ਕੀ ਰੋਣੇ, ਕਿਹੜੀ ਗੱਲੋਂ ਰੋਣ ਆਉਣੇ। ਤੇ ਅਖੀਰ ਤੇ ਮਹਾਰਾਜ ਨੇ ਸਿੱਟਾ ਕੱਢਿਆ, ਆਖਣ ਲੱਗੇ, ਸੋਹਣ ਖਸਮ ਦੁਆਰ ਜੇ ਸਤਿਗੁਰ ਸੇਵਹੀਂ। ਜਿਹੜੇ ਗੁਰੂ ਜੀ ਦੇ ਹੁਕਮ ਮੁਤਾਬਕ ਜ਼ਿੰਦਗੀ ਜਿਉਂਦੇ ਆ ਭਾਈ, ਉਹੀ ਖਸਮ ਦੇ ਦੁਆਰ ਤੇ ਸ਼ੋਭਾ ਪਾਉਂਦੇ ਆ। ਬਾਕੀ ਤਾਂ ਇਦਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਲਗਾਤਾਰ ਖੱਜਲ ਹੁੰਦੇ ਰਹਿੰਦੇ ਆ ਔਰ ਭਰਮਦੇ ਰਹਿੰਦੇ ਆ, ਭਟਕਦੇ ਰਹਿੰਦੇ ਆ। ਉਹ ਆਪਣਾ ਸੁੱਖ ਆਰਾਮ ਨੀਂਦ ਚੈਨ ਸਭ ਕੁਝ ਗਵਾ ਬਹਿੰਦੇ ਆ, ਲੱਭਦਾ ਵੀ ਕੱਖ ਨਹੀਂ ਹੈ ਜੀ। ਸਲੋਕ ਮਹਿਲਾ ਤੀਜਾ। ਭਾਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ। ਮੇਘੈ ਨੂੰ ਗੁਰਮਾਨ ਹੁਆ ਵਰਸੋ ਕਿਰਪਾ ਧਾਰ। ਹਉ ਤਿਨ ਕੈ ਬਲਿਹਾਰਣੈ ਜਿਨੀ ਸੱਚ ਰਖਿਆ ਪੁਰ ਧਾਰ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ। ਮਹਿਲਾ ਤੀਜਾ। ਵਾਹ ਵਾਹ। ਬਬੀਹਾ ਹਿਮ ਤੇਰੀ ਤਿਖਾਨਾ ਉਤਰੈ ਜੇ ਸੋ ਕਰੈ ਪੁਕਾਰ। ਨਦਰੀ ਸਤਿਗੁਰ ਪਾਈਐ ਨਦਰੀ ਉਪਜੈ ਪਿਆਰ। ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਹੇ ਵਿਕਾਰ। ਪੌੜੀ। ਇੱਕ ਜੈਨੀ ਉਜੜ ਪਾਏ ਧੁਰੋਂ ਖੁਆਇਆ। ਤਿਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ। ਹੱਥੀ ਸਿਰ ਖੁਹਾਏ ਨਾ ਭਦ ਕਰਾਇਆ। ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ। ਤਿਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ। ਮਨ ਝੂਠੈ ਬੇਜਾਤ ਝੂਠਾ ਖਾਇਆ। ਬਿਨ ਸ਼ਬਦੈ ਆਚਾਰ ਨਾ ਕਿਨਹੀ ਪਾਇਆ। ਗੁਰਮੁਖ ਓੰਕਾਰ ਸੱਚ ਸਮਾਇਆ। ਸਲੋਕ ਮਹਿਲਾ ਤੀਜਾ। ਇੱਕ ਸ਼ਲੋਕ ਅਸੀਂ ਮਾਝ ਕੀ ਵਾਰ ਦੇ ਅਖੀਰ ਤੇ ਜਾ ਕੇ
ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਿਆ ਸੀ। ਔਰ ਗੁਰੂ ਨਾਨਕ ਸਾਹਿਬ ਜੀ ਨੇ ਮਾਝ ਕੀ ਵਾਰ ਦੇ ਉਸ ਸ਼ਲੋਕ ਦੇ ਅੰਦਰ ਵੀ ਜੈਨੀਆਂ ਦਾ ਜ਼ਿਕਰ ਕੀਤਾ ਸੀ। ਸਿਰ ਖੁਹਾਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਔਰ ਦੂਜੀ ਵਾਰ ਮਹਾਰਾਜ ਨੇ ਇੱਥੇ ਮਲਹਾਰ ਕੀ ਵਾਰ ਦੀ ਇਸ 16ਵੀਂ ਪੌੜੀ ਦੇ ਅੰਦਰ ਉਹਨਾਂ ਹੀ ਜੈਨੀਆਂ ਦਾ ਜ਼ਿਕਰ ਕੀਤਾ। ਔਰ ਉਹੀ ਸਾਰੀ ਕਿਰਿਆ ਜਿਹੜੀ ਉਹ ਨਿਭਾ ਰਹੇ ਨੇ, ਜਿਹਨੂੰ ਉਹ ਧਰਮ ਸਮਝ ਰਹੇ ਨੇ। ਮਹਾਰਾਜ ਨੇ ਇੱਥੇ ਇਸ ਦਾ ਵੀ ਜ਼ਿਕਰ ਇਸ ਪੌੜੀ ਦੇ ਅੰਦਰ, ਇਹਨਾਂ ਲਾਈਨਾਂ ਦੇ ਅੰਦਰ ਕੀਤਾ। ਔਰ ਅਖੀਰ ਤੇ ਮਹਾਰਾਜ ਨੇ ਇੱਥੇ ਵੀ ਸਿੱਟਾ ਕੱਢਿਆ, ਬਿਨ ਸ਼ਬਦ ਹੈ ਆਚਾਰ ਨ ਕਿਨਹੀ ਪਾਇਆ, ਗੁਰਮੁਖ ਓੰਕਾਰ ਸੱਚ ਸਮਾਇਆ। ਗੁਰੂ ਦੇ ਰਾਹੀਂ ਹੀ ਓੰਕਾਰ ਸੱਚ ਵਿੱਚ ਸਮਾਇਆ ਜਾ ਸਕਦਾ ਹੈ ਭਾਈ। ਆਚਾਰ ਭਾਵ ਉੱਚਾ ਕਿਰਦਾਰ, ਸੋਹਣਾ ਜੀਵਨ ਆਚਾਰ ਜਿਹੜਾ ਆ, ਚੱਜ ਆਚਾਰ ਜਿਹੜਾ ਆ, ਉਹ ਸ਼ਬਦ ਤੋਂ ਬਿਨਾਂ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੁੰਦਾ, ਸ਼ਬਦ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਲੱਭਦਾ। ਇਸ ਕਰਕੇ ਸਤਿਗੁਰੂ ਜੀ ਨੇ ਆ ਉੱਪਰਲੀ ਸਾਰੀ ਕਿਰਿਆ ਜਿਹੜੀ ਲੋਕ ਆਪੋ ਆਪਣੇ ਥਾਂ ਤੇ ਲੱਗੇ ਹੋਏ ਆਪੋ ਆਪਣੇ ਤੌਰ ਤਰੀਕੇ ਦੇ ਨਾਲ ਨਿਭਾ ਰਹੇ ਨੇ, ਸਤਿਗੁਰੂ ਜੀ ਨੇ ਉਸ ਨੂੰ ਸਾਰੀ ਨੂੰ ਰੱਦ ਕਰਕੇ ਤੇ ਉਹਨਾਂ ਨੇ ਆਪਣਾ ਪੱਖ ਅਖੀਰ ਵਿੱਚ ਲਿਆ ਕੇ ਦਿੱਤਾ ਭਾਈ। ਇਹ ਸ਼ਬਦ ਤੋਂ ਬਿਨਾਂ ਕੋਈ ਵੀ ਜੀਵਨ ਜਿਹੜਾ ਚੱਜ ਆਚਾਰ ਆ ਉਹ ਸਿੱਖਿਆ ਨਹੀਂ ਜਾ ਸਕਦਾ। ਹਾਂਜੀ, ਸ਼ਲੋਕ ਮਹਿਲਾ ਤੀਜਾ। ਉਹ ਬਲਬ ਉੱਥੋਂ ਜਗੇਗਾ। ਹਾਂਜੀ, ਸ਼ਲੋਕ ਮਹਿਲਾ ਤੀਜਾ। ਸਾਵਣ ਸਰਸੀ ਕਾਮਣੀ, ਗੁਰ ਸ਼ਬਦੀ ਵਿਚਾਰ। ਨਾਨਕ ਸਦਾ ਸੁਹਾਗਣੀ, ਗੁਰ ਕੈ ਹਿਤ ਅਪਾਰ। ਮਹਿਲਾ ਤੀਜਾ। ਸਾਵਣ ਗਜੈ ਗੁਣ ਬਾਹਰੀ, ਜਿਸ ਦੂਜੈ ਪਾਏ ਪਿਆਰ। ਨਾਨਕ ਪਿਰ ਕੀ ਸਾਰ ਨਾ ਜਾਣਈ, ਸਭ ਸ਼ਿੰਗਾਰ ਖੁਆਰ। ਪੌੜੀ। ਸੱਚਾ ਅਲਖ ਅਭਿਓ, ਹਟ ਨ ਪਤੀਜਈ। ਇਕ ਗਾਵੈ ਰਾਗ ਭਰੀਆਂ, ਰਾਗ ਨਾ ਭੀਜੈ। ਇਕ ਨਚ ਨਚ ਪੂਰੈ ਤਾਲ, ਭਗਤ ਨਾ ਕੀਜੈ। ਇਕ ਅੰਨ ਨਾ ਖਾਹੇ ਮੂਰਖ, ਤਿਨਾ ਕਿਆ ਕੀਜੈ। ਵਾਹ ਵਾਹ। ਤ੍ਰਿਸ਼ਨਾ ਹੋਈ ਬਹੁਤ, ਕਿਵੇਂ ਨਾ ਕੀਜੈ। ਕਰਮ ਵਧੈ ਕੈ ਲੋ, ਖਪ ਮਰੀਜੈ। ਆਹਾ ਨਾਮ ਸੰਸਾਰ, ਅੰਮ੍ਰਿਤ ਪੀਜੈ। ਹਰ ਭਗਤੀ ਅਸਨੇ, ਗੁਰਮੁਖ ਕੀਜੈ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਮਲਾਰ ਰਾਗ, ਜੋ ਕਰੈ ਤਿਨ ਮਨ ਤਨ ਸੀਤਲ ਹੋਏ। ਗੁਰ ਸ਼ਬਦੀ ਏਕ ਪਛਾਣਿਆ, ਏਕੋ ਸੱਚਾ ਸੋਏ। ਮਨ ਤਨ ਸੱਚਾ, ਸੱਚ ਮਨ ਸੱਚੇ ਸੱਚੀ ਸੋਏ। ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਦ ਹੋਏ। ਕਲ ਯੁਗ ਮੈਂ ਘੋਰ ਅੰਧਾਰ ਹੈ, ਮਨ ਮੁਖ ਰਾਹ ਨਾ ਹੋਏ। ਸੇ ਵਡ ਭਾਗੀ ਨਾਨਕਾ, ਜਿਨ ਗੁਰਮੁਖ ਪ੍ਰਗਟ ਹੋਏ। ਮਹਿਲਾ ਤੀਜਾ। ਇੰਦ ਵਰਸੈ ਕਰ ਦਇਆ, ਲੋਕਾਂ ਮਨ ਉਪਜੈ ਚਾਓ। ਜਿਸ ਕੈ ਹੁਕਮ ਇੰਦ ਵਰਸਦਾ, ਤਿਸ ਕੈ ਸਦ ਬਲਿਹਾਰੈ ਜਾਉ। ਵਾਹ ਵਾਹ। ਗੁਰਮੁਖ ਸ਼ਬਦ ਸੰਭਾਲੀਐ, ਸੱਚੇ ਕੇ ਗੁਣ ਗਾਓ। ਨਾਨਕ ਨਾਮ ਰਤੇ ਜਨ ਨਿਰਮਲੇ, ਸਹਜੇ ਸੱਚ ਸਮਾਓ। ਪੌੜੀ। ਪੂਰਾ ਸਤਿਗੁਰ ਸੇਵ, ਪੂਰਾ ਪਾਇਆ। ਪੂਰਾ ਕਰਮ ਧਿਆਏ, ਪੂਰਾ ਸ਼ਬਦ ਮਨ ਵਸਾਇਆ। ਜੀ ਜੀ। ਪੂਰੇ ਗਿਆਨ ਧਿਆਨ, ਮੈਲ ਚੁਕਾਇਆ। ਹਰ ਸਰ ਤੀਰਥ ਜਾਣ, ਮਨੁਆ ਨਾਇਆ। ਸ਼ਬਦ ਮਰੈ ਮਨ ਮਾਰ, ਧਨ ਜਣੇਂਦੀ ਮਾਇਆ। ਦਰ ਸੱਚੈ ਸਚਿਆਰ, ਸੱਚਾ ਆਇਆ। ਪੁੱਛ ਨਾ ਸਕੈ ਕੋਇ, ਜਾਂ ਖਸਮੈ ਪਾਇਆ। ਨਾਨਕ ਸੱਚ ਸਦਾ ਲਿਖਿਆ ਪਾਇਆ। ਸ਼ਲੋਕ ਮਹਿਲਾ ਪਹਿਲਾ। ਉਲਹਾਂ ਦੇਂਦੇ ਬਾਬਲੇ, ਲੈਂਦੇ ਵੱਡੇ ਨਿਲਾਜ। ਚੂਹਾ ਖੱਡ ਨਾ ਮਾਵਈ, ਤਿਕਲ ਬੰਨੈ ਛੱਜ। ਦੇਨ ਦੁਆਈ ਸੇ ਮਰੈ, ਜਿਨ ਕੋ ਦੇਨ ਸੇ ਜਾਹੇ। ਨਾਨਕ ਹੁਕਮ ਨਾ ਜਾਪਈ, ਕਿੱਥੈ ਜਾਏ ਸਮਾਹੇ। ਹਾਂਜੀ, ਮਹਾਰਾਜ ਜੀ ਨੇ ਇੱਥੇ
ਇਸ ਸ਼ਲੋਕ ਦੇ ਅੰਦਰ ਇੱਕ ਧਿਆਨ ਵਿਸ਼ੇਸ਼ ਤੌਰ ਤੇ ਦਿਵਾਇਆ। ਕੁਝ ਲੋਕ, ਜਿਵੇਂ ਅਸੀਂ ਇੱਕ ਸ਼ਲੋਕ ਤੁਹਾਡੇ ਯਾਦ ਹੋਏਗਾ, ਮਹਾਰਾਜ ਨੇ ਸਾਡਾ ਧਿਆਨ ਦਿਵਾਇਆ ਸੀ, ਮਨਮੁਖ ਅੰਧੇ ਕੂਪ ਕਹਿਆਂ ਬਿਰਧ ਨਾ ਜਾਣਨੀ। ਤੇ ਉਸ ਸ਼ਲੋਕ ਦੀ ਸਮਾਪਤੀ ਕੀਤੀ ਸੀ, ਅਖੀਰਲੀ ਲਾਈਨ ਸੀ, ਮਹਾਰਾਜ ਕਹਿੰਦੇ ਨਾਨਕ ਤੇ ਨਾ ਰਸ ਲਖਾਰਾ ਜੇ ਬਿਨ ਗੁਣ ਗਰਭ ਕਰੰਤ। ਜੇ ਕੋਈ ਗੁਣ ਹੋਵੇ ਤੇ ਬੰਦਾ ਕਿਸੇ ਤਰੀਕੇ ਕੋਈ ਗੱਲ ਕਰਦਾ ਵੀ ਚੰਗਾ ਲੱਗਦਾ, ਪਰ ਬਿਨਾਂ ਗੁਣਾਂ ਤੋਂ ਹੀ ਹੰਕਾਰ ਸਿਰ ਤੇ ਚੁੱਕੀ ਫਿਰਦੇ ਆ। ਇੱਥੇ ਹੁਣ ਸਤਿਗੁਰੂ ਜੀ ਨੇ ਇੱਕ ਧਿਆਨ ਦਵਾਇਆ, ਆਖਣ ਲੱਗੇ ਕੁਛ ਗੱਦੀਆਂ ਲਾ ਕੇ ਲਗਾਤਾਰ ਸਿਲਸਿਲਾ ਚਲਾ ਰਹੇ ਨੇ, ਗੁਰੂ ਬਣੇ ਬੈਠੇ ਨੇ, ਔਰ ਉਹ ਗੁਰੂ ਮਰਨ ਲੱਗਾ, ਅੱਗੋਂ ਆਪਣੇ ਚੇਲੇ ਨੂੰ ਆਪਣੀ ਟੋਪੀ ਆਪਣੀ ਪੱਗ ਬੰਨ੍ਹ ਕੇ ਜਾ ਰਿਹਾ ਕਿ ਮੇਰੇ ਤੋਂ ਬਾਅਦ ਅਗਲਾ ਵਾਰਸ ਇਹ ਹੋਏਗਾ। ਸਤਿਗੁਰੂ ਆਖਦੇ ਨੇ ਭਾਈ ਜਿਹੜੇ ਕੁਲਾਂ ਦੇਣ ਵਾਲੇ ਆ, ਜਿਹੜੇ ਇਦਾਂ ਪੱਗਾਂ ਗਾਂਹ ਦੇਣ ਵਾਲੇ ਆ, ਗੱਦੀਆਂ ਦੀਆਂ ਜ਼ਿੰਮੇਵਾਰੀਆਂ ਗਾਂਹ ਸੌਂਪਣ ਵਾਲੇ ਆ, ਇਹ ਬਾਵਲੇ ਆ ਵਿਚਾਰੇ, ਇਹ ਮੂਰਖ ਨੇ, ਪਾਗਲ ਨੇ। ਪਰ ਜਿਹੜੇ ਉਸ ਜ਼ਿੰਮੇਵਾਰੀ ਨੂੰ ਖੁਸ਼ੀ-ਖੁਸ਼ੀ ਸਿਰ ਪ੍ਰਵਾਨ ਕਰ ਲੈਂਦੇ ਆ, ਇਹ ਵੱਡੇ ਬੇਸ਼ਰਮ ਆ। ਕੁਲਾਂ ਦੇਣ ਵਾਲੇ, ਗੱਦੀਆਂ ਦੀਆਂ ਜ਼ਿੰਮੇਵਾਰੀਆਂ ਦੇਣ ਵਾਲੇ ਮੂਰਖ ਆ, ਪਾਗਲ ਆ, ਤੇ ਗੱਦੀ ਦੀ ਜ਼ਿੰਮੇਵਾਰੀ ਸਵੀਕਾਰ ਕਰਨ ਵਾਲੇ ਅੱਤ ਦੇ ਬੇਸ਼ਰਮ ਆ। ਅਗਲੀ ਨਾਲ ਲਾਈਨ ਮਹਾਰਾਜ ਨੇ ਲਿਖੀ, ਆਖਣ ਲੱਗੇ ਚੂਹਾ ਆਪ ਕੱਲਾ ਹੀ ਇੰਨਾ ਫਿੱਟਿਆ ਪਿਆ ਆ ਕਿ ਇਹ ਆਪ ਖੱਡ ਵਿੱਚ ਵੜ ਨਹੀਂ ਸਕਦਾ। ਇਹ ਆਪਣੀ ਖੁੱਡ 'ਚ ਵੜਨ ਤੋਂ ਪਰੇਸ਼ਾਨ ਆ, ਮੋਟਾ ਹੋ ਗਿਆ ਆ, ਪਲ ਗਿਆ ਆ, ਇਹਦੇ ਕੋਲ ਆਪਣੀ ਖੁੱਡ ਵਿੱਚ ਜਾਇਆ ਨਹੀਂ ਜਾ ਰਿਹਾ। ਤੇ ਜਿਹੜਾ ਚੂਹਾ ਪਹਿਲਾਂ ਹੀ ਫਿੱਟਿਆ ਪਿਆ ਆ, ਉਹਨੂੰ ਆਪਣੀ ਖੁੱਡ 'ਚ ਵੜਨਾ ਮੁਸ਼ਕਲ ਹੋ ਰਿਹਾ, ਉੱਤੋਂ ਲੱਕ ਨਾਲ ਛੱਜ ਬੰਨ ਲਵੇ ਤੇ ਚੂਹੇ ਦਾ ਕੀ ਬਣੇਗਾ ਹੁਣ। ਜਿਹੜੇ ਬੰਦੇ ਪਹਿਲਾਂ ਹੀ ਆਫਰੇ ਫਿਰਦੇ ਆ, ਹੰਕਾਰੀ ਆ, ਪਹਿਲਾਂ ਹੀ ਗੁੰਡਾਗਰਦੀ ਸਿਰ ਤੇ ਚੁੱਕੀ ਫਿਰਦੇ ਆ, ਜਿਹੜੇ ਬੰਦਿਆਂ ਨੇ ਕੋਈ ਗਿਆਨ ਧਿਆਨ ਸਿੱਖਿਆ ਸਮਝਿਆ ਪੜ੍ਹਿਆ ਹੀ ਨਹੀਂਗਾ, ਉੱਤੋਂ ਡੇਰੇਦਾਰੀ ਦਾ ਛੱਜ ਬੰਨ ਲੈਣਗੇ ਤੇ ਕਿਹੜੇ ਬੰਨੇ ਜਾਣਗੇ, ਕੀ ਕਰਨਗੇ, ਕੀ ਸਵਾਰਨਗੇ। ਫਿਰ ਦਿਓ ਧਿਆਨ, ਕੁਲਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਇਹ ਜਿਹੜਾ ਲੱਕ ਨਾਲ ਛੱਜ ਬੰਨ ਲਿਆ, ਹੁਣ ਇਹਦਾ ਕੀ ਹਾਲ ਹੋਏਗਾ। ਅਗਲੀ ਲਾਈਨ 'ਚ ਮਹਾਰਾਜ ਕਹਿੰਦੇ ਨੇ ਦੇਨ ਦੁਆਈ, ਗੱਦੀਆਂ ਤੇ ਬਹਿ ਕੇ ਗੁਰੂ ਬਣ ਕੇ ਦੂਜਿਆਂ ਨੂੰ ਦੁਆਵਾਂ ਆਸ਼ੀਰਵਾਦਾਂ ਦਿੰਦੇ ਆ। ਦੇਨ ਦੁਆਈ ਸੇ ਮਰੈ, ਜਿਨ੍ਹਾਂ ਨੂੰ ਦੁਆਵਾਂ ਆਸ਼ੀਰਵਾਦਾਂ ਦਿੱਤੀਆਂ ਉਹ ਵੀ ਮਰ ਗਏ। ਜਿਨ ਕਉ ਦੇਨ ਸੇ ਜਾਹੇ, ਇਹ ਦੁਆਵਾਂ ਆਸ਼ੀਰਵਾਦਾਂ ਦੇਣ ਵਾਲੇ ਵੀ ਮਰ ਗਏ ਤੇ ਜਿਨ੍ਹਾਂ ਨੂੰ ਦਿੱਤੀਆਂ ਉਹ ਵੀ ਮਰ ਗਏ। ਦੋਵਾਂ ਦੇ ਪੱਲੇ ਕੱਖ ਨਹੀਂ। ਤਾਂ ਮਰ ਗਏ ਦਾ ਜਦੋਂ ਅਸੀਂ ਅਰਥ ਕਰਾਂਗੇ, ਉਦੋਂ ਮਰ ਗਏ ਦਾ ਮਤਲਬ ਸਰੀਰਕ ਤੌਰ ਤੇ ਤਾਂ ਲੋਕ ਮਰਦੇ ਹੀ ਆ, ਪਰ ਸਰੀਰਕ ਮਰਨੇ ਤੋਂ ਪਹਿਲਾਂ ਇੱਕ ਮੌਤ ਉਹ ਆ ਜਿਹੜੀ ਗਿਆਨ ਧਿਆਨ ਸੱਚ ਉਪਦੇਸ਼ ਤੋਂ ਬਿਨਾਂ ਬੰਦੇ ਨੂੰ ਸਰੀਰਕ ਤੌਰ ਤੇ ਸੰਸਾਰ ਤੇ ਰਹਿੰਦਿਆਂ ਹੀ ਮੌਤ ਆ ਜਾਂਦੀ ਆ। ਸਤਿਗੁਰੂ ਉਸ ਮੌਤ ਦਾ ਜ਼ਿਕਰ ਕਰਦੇ ਆ ਕਿ ਇਹ ਵਿਕਾਰਾਂ ਦੀ ਮੌਤ ਵਿਚਾਰੇ ਮਰ ਗਏ। ਮਰ ਗਏ ਉਹ ਵੀ ਜਿਹੜੇ ਆਸ਼ੀਰਵਾਦਾਂ ਦੇ ਰਹੇ ਸੀ, ਮਰ ਗਏ ਉਹ ਵੀ ਜਿਨ੍ਹਾਂ ਨੇ ਆਸ਼ੀਰਵਾਦਾਂ ਇਹਨਾਂ ਕੋਲੋਂ ਜਾ ਕੇ ਲਈਆਂ। ਸਤਿਗੁਰੂ ਨੇ ਆਖਿਆ ਸੀ ਨਾ, ਜਦੋਂ ਮਹਾਰਾਜ ਨੇ ਕਬੀਰ ਸਾਹਿਬ ਦਾ ਉਹ ਸ਼ਲੋਕ ਸਾਡੇ ਸਾਹਮਣੇ ਲਿਆਂਦਾ ਤੇ ਉੱਥੇ ਕਿੰਨੇ ਸੋਹਣੇ ਬੋਲ ਆਖਿਆ। ਆਖਣ ਲੱਗੇ ਆ ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਫਿਰਦਾ ਨਾ ਬ੍ਰਾਹਮਣ, ਜਿਹੜਾ ਆਪਣੇ ਆਪ ਨੂੰ ਇਹ ਗੁਰੂ ਅਖਵਾਉਂਦਾ ਫਿਰਦਾ, ਜਿਹੜਾ ਜਗਤ ਗੁਰੂ ਬਣਿਆ ਫਿਰਦਾ, ਇਹ ਜਗਤ ਗੁਰੂ ਆਪ ਵੀ ਡੁੱਬ ਗਿਆ। ਆਪ ਡੁੱਬੇ ਚੌਂ ਵੇਦ ਮੈਂ ਚੇਲੇ ਦੀਏ ਬਹਾਏ। ਇਹ ਆਪ ਵੀ ਮਰ ਗਿਆ ਤੇ ਇਹਦੇ ਮਗਰ ਲੱਗਣ ਵਾਲੇ ਵੀ ਮਰ ਗਏ। ਉਸੇ ਭਾਵ ਦੇ ਵਿੱਚ ਸਤਿਗੁਰੂ ਇੱਥੇ ਕਹਿੰਦੇ ਨੇ ਜਿਹੜੇ ਆ ਕੱਚੇ ਪਿੱਲੇ ਆ ਨਾ, ਇਹਨਾਂ ਦਾ ਹਾਲ ਇਹੀ ਹੈ। ਇਹ ਆਪ ਤਾਂ ਮਰਦੇ ਹੀ ਹੈ, ਪਰ ਪਿੱਛੇ ਲੱਗਣ ਵਾਲਿਆਂ ਨੂੰ ਵੀ ਲੈ ਡੁੱਬਦੇ ਆ। ਇਹ ਪਿੱਛੇ ਲੱਗਣ ਵਾਲਿਆਂ ਨੂੰ ਵੀ ਲੈ ਡੁੱਬਦੇ ਆ। ਤਾਂ ਸਤਿਗੁਰੂ ਨੇ ਬਹੁਤ ਕਰੜੇ ਸ਼ਬਦ ਵਰਤੇ, ਜਿੱਥੇ ਇਹ ਅੱਗੇ ਗੱਦੀਆਂ ਚਲਾ ਕੇ ਲੋਕਾਂ ਨੂੰ ਮਗਰ ਲਾ ਕੇ ਰੱਖਣ ਵਾਲੇ ਲੋਕਾਂ ਨੂੰ ਸਤਿਗੁਰੂ ਨੇ ਬਾਵਲੇ ਕਿਹਾ, ਉੱਥੇ ਗੱਦੀ ਦਾ ਵਾਰਸ ਬਣ ਕੇ ਗੱਦੀ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਵਾਲਿਆਂ ਨੂੰ
ਨਿਲੱਜ ਬੇਸ਼ਰਮ ਆਖਿਆ। ਉਦਾਹਰਣ ਦੇ ਤੌਰ ਤੇ ਸਤਿਗੁਰੂ ਨੇ ਨਾਲ ਉਪਮਾ ਕੀਤੀ, ਆਖਣ ਲੱਗੇ ਚੂਹਾ ਵਿਚਾਰਾ ਆਪ ਹੀ ਫਿੱਟਿਆ ਫਿਰਦਾ ਸੀ, ਪਰ ਹੁਣ ਲੱਕ ਨਾਲ ਛੱਜ ਬੰਨ ਲਿਆ, ਹੁਣ ਤਾਂ ਇਹ ਕਿਸੇ ਪਾਸੇ ਲੱਗਣ ਨਹੀਂ ਲੱਗਿਆ। ਧਿਆਨ ਰੱਖਿਓ ਜੇ ਸਤਿਗੁਰੂ ਨੇ ਇਹਨਾਂ 4 ਲਾਈਨਾਂ ਦੇ ਅੰਦਰ ਜਿਹੜਾ ਉਹ ਇਸ ਪੱਖ ਨੂੰ ਜਿੱਥੇ ਉਹਨਾਂ ਨੇ ਰੱਦ ਕੀਤਾ, ਉੱਥੇ ਦੂਜਾ ਪਾਸਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਸ਼ਲੋਕ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤਾ ਜੀ। ਨਾਨਕ ਹੁਕਮ ਨਾ ਜਾਪਈ ਕਿੱਥੈ ਜਾਏ ਸਮਾਹੇ, ਫਸਲ ਆਹਾੜੀ ਏਕ ਨਾਮ ਸਾਵਣੀ ਸਚ ਨਾਉ। ਮੈਂ ਮਹਿਦੂਦ ਲਿਖਾਇਆ ਖਸਮੈ ਕੈ ਦਰ ਜਾਏ, ਦੁਨੀਆ ਕੇ ਦਰ ਕੇ ਤੜੇ ਕੀਤੇ ਆਵੈ ਜਾਹੇ। ਕੀਤੇ ਮੰਗੈ ਮੰਗਤੇ ਕੀਤੇ ਮੰਗ ਮੰਗ ਜਾਹੇ। ਮਹਿਲਾ ਪਹਿਲਾ ਵਾਹ। 100 ਮਣ ਹਸਤੀ ਘਿਓ ਗੁੜ ਖਾਵੇ, 500 ਦਾਣਾ ਖਾਏ। ਟੱਕੈ ਫੂਕੈ ਖੇਤ ਉਡਾਵੇ, ਸਾ ਗਏ ਪਛਤਾਏ। ਹਾਂ ਬਿਲਕੁਲ, ਸਾ ਗਏ ਪਛਤਾਏ। ਅੰਧੀ ਫੂਕ ਮੋਈ ਦੇ ਬਾਨੀ, ਖਸਮ ਮਿੱਟੀ ਫਿਰ ਭਾਨੀ। ਅੱਗ ਦੁੱਲਾ ਚਿੜੀ ਦਾ ਚੁਗਣ, ਗੈਣ ਚੜੀ ਬਿਲ ਲਾਏ। ਖਸਮੈ ਭਾਵੈ ਓਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਸ਼ਕਤਾ ਸ਼ੀ ਮਾਰੇ ਸੈ ਮਿਰਿਆਂ, ਸਭ ਪਿੱਛੇ ਪੈ ਖਾਏ। ਹੋਏ ਸਤਾਣਾ ਘੁਰੈ ਨਾ ਮਾਵੈ, ਸਾ ਗਏ ਪਛਤਾਹੇ। ਅੰਧਾ ਕਿਸਨੋ ਮੁਕਤ ਸੁਣਾਵੈ। ਇੱਕ ਮਿੰਟ। ਹੋਏ ਸਤਾਣਾ ਘੁਰੈ ਨਾ ਮਾਵੈ, ਸਾ ਗਏ ਪਛਤਾਏ। ਹੋਏ ਸਤਾਣਾ ਘੁਰੈ ਨਾ ਮਾਵੈ, ਸਾ ਗਏ ਪਛਤਾਏ। ਅੰਧਾ ਕਿਸਨੋ ਮੁਕਤ ਸੁਣਾਵੈ, ਖਸਮੈ ਮੂਲ ਨਾ ਭਾਵੈ। ਅੱਖ ਸਿਉ ਪ੍ਰੀਤ ਕਰੇ ਅੱਖ ਟਿੱਡਾ, ਅੱਖ ਡਾਲੀ ਬਹਿ ਖਾਏ। ਖਸਮੈ ਭਾਵੈ ਉਹ ਚੰਗਾ, ਜੇ ਕਰੇ ਖੁਦਾਏ ਖੁਦਾਏ। ਹਾਂ, ਇੱਕ ਪਾਸੇ ਇਹਦੇ ਚ ਅਸੀਂ ਸ਼ਲੋਕ ਦੇ ਵਿੱਚ ਜਿਹੜਾ ਦਰਸ਼ਨ ਕਰ ਰਹੇ ਹਾਂ, ਜਿੱਥੋਂ ਤੱਕ ਆਪਾਂ ਹੁਣ ਪੜ੍ਹਿਆ, ਇੱਥੋਂ ਤੱਕ ਤੁਸੀਂ ਦੇਖ ਆਏ ਹੋ ਕਿ ਪਹਿਲਾਂ ਹਾਥੀ ਦਾ ਜ਼ਿਕਰ ਆਇਆ, ਹਾਥੀ ਦੇ ਮੁਕਾਬਲੇ ਤੇ ਫਿਰ ਚਿੜੀ ਦਾ ਜ਼ਿਕਰ ਆਇਆ। ਅੱਧ ਗੁੱਲਾ ਚਿੜੀ ਕਾ ਚੁਗਣ, ਗੈਣ ਚੜੀ ਬਿਲ ਲਾਏ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਹਾਥੀ ਦਾ ਜ਼ਿਕਰ ਕੀਤਾ ਕਿ ਕਿੰਨਾ ਤਾਕਤਵਰ ਆ, ਕਿੰਨਾ ਰਾਸ਼ਨ ਖਾ ਜਾਂਦਾ ਆ, ਤੇ ਖਾ ਖਾ ਕੇ ਉਹ ਫਿੱਟਿਆ ਹੋਇਆ ਹਾਥੀ ਕਿਵੇਂ ਸ਼ੂਕਦਾ ਆ, ਕਿਵੇਂ ਖੇ ਮਿੱਟੀ ਉਡਾਉਂਦਾ ਆ, ਕਿਵੇਂ ਉਹ ਮਤਲਬ ਤੁਰਦਾ ਆ। ਦੂਜੇ ਪਾਸੇ ਸਤਿਗੁਰੂ ਨੇ ਹਾਥੀ ਦੇ ਉਸ ਤਾਕਤ ਦੇ ਮੁਕਾਬਲੇ ਤੇ ਹਾਥੀ ਦੇ ਖਾਣ ਪੀਣ ਦੇ ਮੁਕਾਬਲੇ ਚਿੜੀ ਨੂੰ ਲਿਆਂਦਾ। ਆਖਣ ਲੱਗੇ ਚਿੜੀ ਵਿਚਾਰੀ ਕਿੰਨੀ ਕਿਆ, ਔਰ ਚਿੜੀ ਉਹ ਥੋੜਾ ਜਿਹਾ ਖਾਂਦੀ ਹੈ, ਆਕਾਸ਼ ਵਿੱਚ ਉੱਡਦੀ ਹੈ, ਤੇ ਗੈਣ ਚੜੀ ਬਿਲ ਲਾਏ। ਆਕਾਸ਼ ਵਿੱਚ ਉੱਡਦੀ ਹੋਈ ਉਹ ਬੋਲਦੀ ਹੈ, ਚੀਂ ਚੀਂ ਕਰਦੀ ਹੈ। ਅਗਲੇ ਪਾਸੇ ਸਤਿਗੁਰੂ ਨੇ ਇੱਕ ਪੱਖ ਹੋਰ ਲਿਆਂਦਾ ਸ਼ੇਰ ਦਾ। ਸ਼ੇਰ ਤਾਕਤਵਰ ਹੈ, ਦੂਜੇ ਪਾਸੇ ਉਹ ਜ਼ਾਲਮ ਵੀ ਹੈ। ਸ਼ਕਤਾ ਸ਼ੀ ਮਾਰੇ ਸੈ ਮਿਰਿਆਂ, ਸਭ ਪਿੱਛੇ ਪੈ ਖਾਏ। ਜਦੋਂ ਉਹਦਾ ਜੀ ਕਰਦਾ, ਜਿਹਦੇ ਮਗਰ ਮਰਜੀ ਭੱਜਦਾ ਆ, ਤੇ ਭੱਜ ਕੇ ਢਾਉਂਦਾ ਆ, ਢਾ ਕੇ ਉਹਨੂੰ ਖਾ ਲੈਂਦਾ ਆ, ਮਾਰ ਦਿੰਦਾ ਆ। ਹੋਏ ਸਤਾਣਾ ਇੰਨਾ ਤਾਕਤਵਰ ਹੋ ਜਾਂਦਾ ਖਾ ਪੀ ਕੇ, ਘੁਰੈ ਨਾ ਮਾਵੈ। ਉਹ ਆਪਣੇ ਘੁਰਨੇ ਵਿੱਚ, ਉਹ ਆਪਣਾ ਜਿਹੜਾ ਉਹਨੇ ਘਰ ਬਣਾਇਆ ਉਹਦੇ ਵਿੱਚ ਵੀ ਉਹ ਸਮਾਉਂਦਾ ਨਹੀਂ। ਸਾ ਗਏ ਪਛਤਾਏ, ਸਾਹ ਨਿਕਲ ਗਿਆ ਤੇ ਪਛਤਾਉਂਦਾ ਆ। ਅੰਧਾ ਕਿਸ ਨੂੰ ਬੁੱਕ ਸੁਣਾਵੇ। ਇਹ ਅੰਨਾ ਇੰਨੀ ਉੱਚੀ ਆਵਾਜ਼ ਦੇ ਵਿੱਚ ਬੁੱਕ ਬੁੱਕ ਕੇ, ਭਾਵ ਕੇ ਗਰਜ ਗਰਜ ਕੇ ਸੁਣਾ ਕਿਹਨੂੰ ਰਿਹਾ ਆ। ਖਸਮੈ ਮੂਲ ਨਾ ਪਾਵੇ। ਇਹ ਤਾਕਤ ਦੇ ਨਸ਼ੇ 'ਚ ਜਿਹੜੀ ਇਹਦੀ ਗਰਜਣਾ ਆ, ਉਹ ਖਸਮ ਨੂੰ ਨਹੀਂ ਪਾਉਂਦੀ। ਫਿਰ ਸਤਿਗੁਰੂ ਨੇ ਸ਼ੇਰ ਦੇ ਮੁਕਾਬਲੇ ਤੇ ਅੱਗੇ ਲਿਆਂਦਾ ਅੱਕ ਦੇ ਉੱਤੇ, ਅੱਕ ਦੇ ਪੌਦੇ ਉੱਤੇ ਪੈਦਾ ਹੋਣ ਵਾਲਾ ਇੱਕ ਛੋਟਾ ਜਿਹਾ ਟਿੱਡਾ। ਅੱਕ ਕੌੜਾ ਆ, ਛੋਟਾ ਜਿਹਾ ਇੱਕ ਪੌਦਾ ਆ,
ਉਸ ਛੋਟੇ ਜਿਹੇ ਬੂਟੇ ਦੇ ਉੱਤੇ ਉਹ ਪੈਦਾ ਹੋਣ ਵਾਲਾ ਅੱਕ ਦਾ ਟਿੱਡਾ ਉਸ ਕੌੜੇ ਅੱਕ ਨੂੰ ਖਾ ਕੇ ਹੀ ਗੁਜ਼ਾਰਾ ਕਰ ਰਿਹਾ। ਤੇ ਸਤਿਗੁਰੂ ਕਹਿੰਦੇ ਨੇ ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ। ਜੇ ਚਿੜੀ ਥੋੜਾ ਜਿਹਾ ਖਾ ਕੇ ਆਕਾਸ਼ ਵਿੱਚ ਜਾਂਦੀ ਆ ਤੇ ਆਕਾਸ਼ ਵਿੱਚ ਜਾ ਕੇ ਉਹ ਚੀਂ ਚੀਂ ਕਰਦੀ ਖੁਦਾ ਖੁਦਾ ਕਰ ਰਹੀ ਆ ਤਾਂ ਚਿੜੀ ਚੰਗੀ ਆ, ਹਾਥੀ ਨਾਲੋਂ ਚਿੜੀ ਚੰਗੀ ਆ। ਹਾਥੀ ਜੇ ਇੰਨਾ ਕੁਝ ਖਾ ਕੇ ਇੰਨੀ ਤਾਕਤ ਦੇ ਹੁੰਦਿਆਂ ਹੋਇਆਂ ਫਿਰ ਵੀ ਉਹ ਅਥਰਾ ਹੋ ਰਿਹਾ ਆ ਜਾਂ ਉਹ ਇੱਧਰ ਉੱਧਰ ਭੜਥੂ ਪਾ ਰਿਹਾ ਆ, ਐਵੇਂ ਹੀ ਚੀਜ਼ਾਂ ਪੁੱਟੀ ਜਾਂਦਾ, ਸੁੱਟੀ ਜਾਂਦਾ, ਢਾਈ ਜਾਂਦਾ, ਆਪਣੇ ਜ਼ੋਰ ਦੇ ਨਾਲ ਉਹ ਹਰੇਕ ਪਾਸੇ ਨੂੰ ਮੂੰਹ ਅਮੋੜ ਹੋਇਆ ਜਾਂਦਾ ਆ, ਰੁਕਦਾ ਨਹੀਂ। ਕਹਿੰਦੇ ਕੀ ਫਾਇਦਾ ਇਹੋ ਜੀ ਤਾਕਤ ਦਾ? ਇੰਨਾ ਖਾਣ ਪੀਣ ਤੇ ਇੰਨੀ ਤਾਕਤ ਦਾ ਫਾਇਦਾ ਕੀ ਹੈ ਜੇ ਅੰਨੇ ਹੀ ਹੋ ਜਾਣਾ ਤਾਂ? ਦੂਜੇ ਪਾਸੇ ਕਮਜ਼ੋਰ ਜੀ ਚਿੜੀ ਥੋੜਾ ਖਾਂਦੀ ਹੈ, ਤਾਕਤ ਥੋੜੀ ਹੈ, ਉਹਦੀ ਪਾਇਆ ਥੋੜੀ ਹੈ, ਪਰ ਜੇ ਖੁਦਾ ਖੁਦਾ ਕਰਦੀ ਹੈ ਤਾਂ ਚੰਗੀ ਹੈ ਨਾ, ਨੁਕਸਾਨ ਤਾਂ ਨਹੀਂ ਕਿਸੇ ਦਾ ਕਰਦੀ ਨਾ। ਜੇ ਸ਼ੇਰ ਤਾਕਤਵਰ ਆ ਉਹ ਆਪਣੇ ਭੁਰਨੇ ਵਿੱਚ ਵੀ ਪੂਰਾ ਸਮਾਉਂਦਾ ਨਹੀਂ, ਜੇ ਉਹ ਦੂਜਿਆਂ ਦੇ ਪਿੱਛੇ ਭੱਜ ਭੱਜ ਕੇ ਉਹਨਾਂ ਨੂੰ ਢਾ ਕੇ ਮਾਰ ਲੈਂਦਾ ਤੇ ਖਾ ਜਾਂਦਾ ਆ। ਜਦੋਂ ਗਰਜਦਾ ਆ ਤੇ ਆਲੇ ਦੁਆਲੇ ਦੇ ਸਾਰੇ ਪਾਸੇ ਸਨਾਟਾ ਛਾ ਜਾਂਦਾ ਆ, ਸਾਰੇ ਜੀਵ ਸਹਿਮ ਜਾਂਦੇ ਆ ਕਿ ਸ਼ੇਰ ਨੇ ਗਰਜ ਮਾਰੀ, ਕਿਸੇ ਦੀ ਵਾਰੀ ਆਈ ਲਓ। ਕਹਿੰਦੇ ਇਹੋ ਜੀ ਬੇਮੁਹਾਰੀ ਤਾਕਤ ਦਾ ਫਾਇਦਾ ਕੀ ਆ? ਕੀ ਇਹ ਤਾਕਤ ਦੂਜਿਆਂ ਨੂੰ ਡਰਾਉਣ ਲਈ, ਦੂਜਿਆਂ ਦਾ ਗਲਾ ਘੁੱਟਣ ਲਈ, ਦੂਜਿਆਂ ਨੂੰ ਨੱਪਣ ਲਈ ਸਿਰਫ ਮਿਲੀ ਹੋਈ ਆ? ਇਹੋ ਜੀ ਅੰਨੀ ਤਾਕਤ ਨਾਲੋਂ ਤਾਂ ਚੰਗਾ ਆ ਜੇ ਅੱਕ ਦੇ ਉੱਤੇ ਬਹਿ ਕੇ ਛੋਟੀ ਜੀ ਪਾਇਆ, ਥੋੜਾ ਜਿਹਾ ਜਿਹੜਾ ਉਹ ਵਿਚਾਰਾ ਨਿੱਕੀ ਜੀ ਪਾਇਆ, ਛੋਟੇ ਜਿਹੇ ਸਰੀਰ ਵਾਲਾ, ਕੌੜੇ ਅੱਕ ਨੂੰ ਖਾ ਕੇ ਗੁਜ਼ਾਰਾ ਕਰਨ ਵਾਲਾ ਉਹ ਟਿੱਡਾ ਆ, ਉਹ ਚੰਗਾ ਆ। ਕਿਸੇ ਦਾ ਨੁਕਸਾਨ ਤਾਂ ਨਹੀਂ ਕਰਦਾ, ਕਿਸੇ ਨੂੰ ਡਰਾਉਂਦਾ ਤੇ ਨਹੀਂ, ਕਿਸੇ ਨੂੰ ਦਬਾਉਂਦਾ ਤੇ ਨਹੀਂ, ਕਿਸੇ ਦੇ ਉੱਤੇ ਰੋਬ ਤਾਂ ਨਹੀਂ ਪਾ ਰਿਹਾ, ਕਿਸੇ ਨੂੰ ਬੋਲ ਕੇ ਸਹਿਮ ਤਾਂ ਨਹੀਂ ਪੈਦਾ ਕਰ ਰਿਹਾ। ਇਸ ਸ਼ੇਰ ਨਾਲੋਂ ਤਾਂ ਉਹ ਟਿੱਡਾ ਚੰਗਾ। ਤੇ ਫਿਰ ਇੱਕ ਗੱਲ ਚੇਤੇ ਰੱਖਣੀ, ਨਾ ਇੱਥੇ ਹਾਥੀ ਦਾ ਜ਼ਿਕਰ, ਨਾ ਇੱਥੇ ਸ਼ੇਰ ਦਾ ਜ਼ਿਕਰ, ਨਾ ਚਿੜੀ ਦਾ ਜ਼ਿਕਰ, ਨਾ ਇੱਥੇ ਅੱਕ ਟਿੱਡੇ ਦਾ ਜ਼ਿਕਰ ਆ। ਜ਼ਿਕਰ ਤਾਂ ਸਾਡਾ ਆ, ਕਿਉਂਕਿ ਗੱਲ ਸਤਿਗੁਰੂ ਦੀ ਬਾਣੀ ਸਾਡੇ ਨਾਲ ਕਰ ਰਹੀ ਆ। ਪਸ਼ੂਆਂ ਪੰਛੀਆਂ ਨਾਲ ਸਤਿਗੁਰੂ ਥੋੜੀ ਗੱਲ ਕਰ ਰਿਹਾ। ਕਿਉਂ ਜੀ? ਪਸ਼ੂਆਂ ਪੰਛੀਆਂ ਨਾਲ ਗੱਲ ਥੋੜੀ ਕਰ ਰਿਹਾ। ਰੋਜ਼ ਆਪਾਂ ਪੜ੍ਹਦੇ ਆਂ, ਜਪ ਬਾਣੀ ਦਾ ਪਾਠ ਕਰਦੇ ਆਂ, ਰੋਜ਼ ਸਾਡੇ ਧਿਆਨ ਚ ਆਉਂਦਾ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਆ ਇੰਨੀ ਤਾਕਤ ਦਾ ਮਾਲਕ ਬੰਦਾ ਜਿਹੜਾ ਨਾ, ਸਮੁੰਦ ਸ਼ਾਹ ਸੁਲਤਾਨ, ਗਿਰਹਾਂ ਸੇਤੀ ਮਾਲ ਧਨ, ਪਹਾੜਾਂ ਜਿੱਡੇ ਢੇਰ ਦੌਲਤ ਦੇ ਹੋਣ, ਸਮੁੰਦਰਾਂ ਸ਼ਾਹਾਂ ਦਾ ਪਾਤਸ਼ਾਹ ਹੋਵੇ, ਉਹ ਸ਼ਾਹ ਸੁਲਤਾਨ ਹੋਵੇ, ਸਮੁੰਦਰਾਂ ਦਾ ਪਾਤਸ਼ਾਹ ਹੋਵੇ, ਏਡੇ ਵੱਡੇ ਰਾਜ ਭਾਗ ਦਾ ਮਾਲਕ ਹੋਵੇ, ਪਰ ਜੇ ਰੱਬ ਚੇਤੇ ਨਹੀਂ, ਜੇ ਧਰਮ ਵਾਲਾ ਪਾਸਾ ਊਣਾ ਆ, ਤੇ ਕਹਿੰਦੇ ਇਹਦੇ ਮੁਕਾਬਲੇ ਕੀੜੀ ਚੰਗੀ ਆ ਜਿਹੜੀ ਕੀੜੀ ਯਾਦ ਰੱਖ ਰਹੀ ਆ। ਐਡੀ ਵੱਡੀ ਤਾਕਤ ਦੇ ਮੁਕਾਬਲੇ ਕੀੜੀ ਚੰਗੀ ਆ, ਕਮਜ਼ੋਰ ਪਾਇਆ ਚੰਗੀ ਆ ਜਿਹੜੀ ਰੱਬ ਦੇ ਭੈ ਭਾਵਨੀ ਚ ਤੁਰਦੀ ਆ, ਯਾਨੀ ਕਮਜ਼ੋਰ ਪਾਇਆ, ਥੋੜੀ ਹਸਤੀ ਵਾਲਾ, ਕਮਜ਼ੋਰ ਹਸਤੀ ਵਾਲਾ, ਉਹ ਕੀੜੀ ਚੰਗੀ ਆ ਇਹਦੇ ਨਾਲੋਂ। ਇੰਨੀ ਵੱਡੀ ਤਾਕਤ ਤੇ ਇੰਨਾ ਵੱਡਾ ਜਲਾਉ ਹੁੰਦਿਆਂ ਹੋਇਆਂ ਜੇ ਧਰਮ ਤੇ ਰੱਬ ਵਾਲਾ ਪਾਸਾ ਖਾਲੀ ਆ, ਕੱਖ ਨਹੀਂ ਹੈਗਾ। 7 ਨੰਬਰ ਪੌੜੀ ਚ ਵੀ ਆਪਾਂ ਇਹੀ ਪੜ੍ਹਦੇ ਆ, ਜੇ ਜੁਗ ਚਾਰੇ ਆਰਜਾ ਲੰਬੀ ਉਮਰ ਹੋਰ ਦਸੂਣੀ ਹੋਏ, 4 ਯੁੱਗ ਨੂੰ 10 ਗੁਣਾ ਕਰ ਲਓ, 40 ਯੁੱਗ ਹੋ ਗਈ, 40 ਯੁੱਗ ਹੋ ਗਈ। ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਨਵਾਂ ਖੰਡਾਂ ਜਾਨੀ ਸਾਰੀ ਧਰਤੀ ਦੇ ਉੱਤੇ ਉਹ ਜਾਣਿਆ ਜਾਂਦਾ ਹੋਵੇ, ਪਛਾਣ ਹੋਵੇ ਉਹਦੀ, ਧਰਤੀ ਦੇ 9 ਹਿੱਸੇ। ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ, ਨਾਮਣਾ ਬੜਾ ਹੋਵੇ, ਬੱਲੇ ਬੱਲੇ ਹਰ ਬੰਦਾ ਨਾਂ ਤੋਂ ਜਾਣੂ, ਬੱਚਾ ਨਾਂ ਤੋਂ ਜਾਣੂ ਹੋਵੇ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ, ਸੰਸਾਰ ਵਿੱਚੋਂ ਸ਼ੋਭਾ ਮਿਲਦੀ ਹੋਵੇ, ਬੱਲੇ ਬੱਲੇ ਸਲੂਟ ਵੱਜਦੇ ਹੋਣ, ਲੋਕ ਝੁਕ ਝੁਕ ਸਲਾਮਾਂ ਕਰਦੇ ਹੋਣ। ਤੇ ਨਤੀਜਾ ਕੀ ਕੱਢਿਆ? ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਜੇ ਉਹਦੀ ਨਜ਼ਰ ਚ ਪ੍ਰਮਾਣ ਹੋਣ ਯੋਗ ਨਹੀਂ ਨਾ ਹੈਗਾ,
ਤੇ ਕੋਈ ਗੱਲਬਾਤ ਨਹੀਂ ਆ, ਐਵੇਂ ਹੀ ਆ, ਅਫਰੇਵਾਂ ਹੀ ਆ, ਜਿੰਨਾ ਚੁੱਕਣਾ ਚੁੱਕੀ ਫਿਰ, ਆਕੜ ਹੀ ਆ, ਜਿੰਨੀ ਚੁੱਕਣੀ ਆ ਚੁੱਕੀ ਫਿਰ। ਦੁਖੀ ਹੋਣਾ ਆ, ਭਾਰ ਚੁੱਕਣਾ ਤੇ ਚੁੱਕੀ ਛੱਡ, ਕੋਈ ਦਿੱਕਤ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥਾਂ ਤੇ ਬਾਣੀ ਦੇ ਅੰਦਰ ਇਦਾਂ ਵੀ ਆਖਣ ਲੱਗੇ, ਇੱਕ ਬੰਦਾ ਕਿਸੇ ਦੂਜੇ ਦਾ ਕੰਮ ਕਰਦਾ ਨਾ, ਇੱਕ ਬੰਦਾ ਦੂਜੇ ਬੰਦੇ ਦਾ ਕੋਈ ਕੰਮ ਕਰਦਾ, ਉਹ ਕੋਈ ਉਹਦਾ ਕਾਰਜ ਸਵਾਰਦਾ ਆ, ਤੇ ਉਹਦੇ ਬਦਲੇ 'ਚ ਆਪਣੀ ਮਿਹਨਤ ਲੈਂਦਾ, ਸਿਰ ਤੇ ਭਾਰ ਚੁੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਉਹ ਲੈ ਕੇ ਗਿਆ, ਉਹਦੀ ਉਹਨੇ ਮਿਹਨਤ ਲਈ। ਕੋਈ ਉਹਨੇ ਭਾਰ ਢੋਇਆ, ਉਹਦੀ ਉਹਨੇ ਮਿਹਨਤ ਲਈ। ਕੋਈ ਚੀਜ਼ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਾਈ, ਉਹਦੀ ਉਹਨੇ ਮਿਹਨਤ ਲਈ, ਬਣਦੀ ਆ ਨਾ ਉਹਦੀ, ਉਹਨੇ ਆਪਣੀ ਮਿਹਨਤ ਲਈ। ਪਰ ਕਹਿੰਦੇ ਆਹ ਜਿਹੜੇ ਲੋਕ ਆ ਨਾ, ਜਿਹੜੇ ਇਦਾਂ ਮਨਮਤੀਆਂ ਦੇ ਵਿੱਚ ਉਲਝੇ ਹੋਏ ਆ, ਇਹ ਬਿਨ ਮਜ਼ਦੂਰੀ ਭਾਰ ਪਹੁੰਚਾਵਣੇ ਆ, ਇਹ ਬਿਨਾਂ ਮਜ਼ਦੂਰੀ ਤੋਂ ਹੀ ਭਾਰ ਢੋਈ ਜਾਂਦੇ ਆ। ਇਹਨਾਂ ਨੂੰ ਕੱਖ ਨਹੀਂ ਮਿਲਦਾ, ਇਹਨਾਂ ਨੂੰ ਕੁਝ ਨਹੀਂ ਮਿਲਦਾ, ਇਹਨਾਂ ਨੂੰ ਕੋਈ ਪ੍ਰਾਪਤੀ ਨਹੀਂ, ਇਹਨਾਂ ਨੂੰ ਕੋਈ ਸ਼ਾਬਾਸ਼ੇ ਨਹੀਂ ਦੇਣ, ਪਰ ਬਿਨਾਂ ਮਜ਼ਦੂਰੀ, ਬਿਨਾਂ ਕਿਸੇ ਲੈਣ ਦੇਣ ਤੋਂ, ਬਿਨਾਂ ਕਿਸੇ ਮਤਲਬ ਤੋਂ ਐਵੇਂ ਹੀ ਭਾਰ ਢੋਈ ਜਾਂਦੇ, ਸਾਰਾ ਦਿਨ ਢੋਈ ਜਾਂਦੇ ਆ। ਦੇਖੇ ਜਾ ਸਕਦੇ ਆ ਸਾਡੇ ਆਲੇ ਦੁਆਲੇ, ਸਮਾਜ ਵਿੱਚ ਹੀ ਲੋਕ ਰਹਿੰਦੇ ਨੇ, ਬਿਨ ਮਜ਼ਦੂਰੀ ਭਾਰ ਪਹੁੰਚਾਵਣਿਆ, ਮਜ਼ਦੂਰੀ ਤੋਂ ਬਿਨਾਂ ਹੀ ਭਾਰ ਢੋ ਰਹੇ ਨੇ ਲੋਕ। ਕੀ ਆਖੋਗੇ ਇਹਨਾਂ ਨੂੰ? ਲੋਕਾਂ ਨੇ ਪਸ਼ੂ ਰੱਖੇ ਆ, ਪਸ਼ੂਆਂ ਨੂੰ ਵੀ ਜੇ ਕੋਈ ਖੁਰਾਕ ਮਿਲਦੀ ਆ, ਉਹਨਾਂ ਨੂੰ ਕੋਈ ਪੱਠੇ ਮਿਲਦੇ ਆ, ਉਹਨਾਂ ਨੂੰ ਕੋਈ ਦਾਣਾ ਫੱਕਾ ਪਾਉਂਦਾ ਆ, ਉਹਨਾਂ ਨੂੰ ਕੋਈ ਖੁਰਾਕ ਪਾਉਂਦਾ ਆ, ਤਾਂ ਉਹ ਇਸੇ ਕਰਕੇ ਰੱਖਿਆ ਕਿਉਂਕਿ ਉਹਨਾਂ ਦਾ ਕੰਮ ਸਵਾਰਦੇ ਆ। ਜੇ ਦੁੱਧ ਵਾਲੇ ਪਸ਼ੂ ਆ ਤਾਂ ਦੁੱਧ ਦਿੰਦੇ ਆ ਤੇ ਉਹਨਾਂ ਨੂੰ ਉਹ ਸਾਰਾ ਕੁਝ ਮਿਲਦਾ ਨਾ ਖਾਣ ਪੀਣ ਨੂੰ। ਭਾਰ ਢੋਣ ਵਾਲੇ ਪਸ਼ੂ ਆ ਤੇ ਉਹਨਾਂ ਨੂੰ ਭਾਰ ਢੋਣ ਦੇ ਬਦਲੇ ਖੁਰਾਕ ਚੰਗੀ ਮਿਲਦੀ ਤਾਂ ਭਾਰ ਢੋਂਦੇ ਆ ਨਾ। ਤੇ ਇਹ ਬੰਦੇ, ਪਸ਼ੂ ਵੀ ਜੇ ਕੋਈ ਕੰਮ ਕਰ ਰਿਹਾ ਤੇ ਉਹਦੇ ਬਦਲੇ 'ਚ ਕੁਝ ਖਾ ਰਿਹਾ, ਕੁਝ ਲੈ ਰਿਹਾ, ਪਰ ਇਹ ਵਿਚਾਰੇ ਬਿਨਾਂ ਕਿਸੇ ਮਤਲਬ, ਬਿਨਾਂ ਕਿਸੇ ਪ੍ਰਾਪਤੀ ਦੇ, ਬਿਨਾਂ ਕੋਈ ਮਿਹਨਤ ਮਜ਼ਦੂਰੀ ਲਿਆ, ਇਹ ਐਵੇਂ ਹੀ ਸਾਰਾ ਦਿਨ ਭਾਰ ਢੋਈ ਜਾਂਦੇ ਤੇ ਲਗਾਤਾਰ ਹੀ ਢੋਈ ਜਾਂਦੇ ਆ। ਕੀ ਕਰੋਗੇ ਇਹਨਾਂ ਦਾ? ਹਾਂਜੀ। ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤਾ ਦੁਖ ਹੋਈ, ਗੱਲਾਂ ਵਾਲੇ ਹੈਨ ਕਨੇਰੇ, ਛੱਡ ਨਾ ਸਕੈ ਕੋਈ। ਗੱਲਾਂ ਵਾਲਿਆਂ ਦੀ ਕੋਈ ਥੋੜ ਨਹੀਂ ਹੈਗੀ, ਗੱਲਾਂ ਵਾਲੇ ਬਥੇਰੇ ਆ। ਕਿਸੇ ਮਸਲੇ ਤੇ ਜਿੰਨੇ ਮਰਜ਼ੀ ਲੋਕ ਇਕੱਠੇ ਕਰ ਲਓ, ਵਾਧੂ ਰਿਆਂ ਦੇਣਗੇ। ਕਿਸੇ ਮਸਲੇ, ਧਰਮ ਦੇ ਮਸਲੇ ਤੇ ਕਰ ਲਓ ਇਕੱਠੇ, ਵਾਧੂ ਰਿਆਂ ਦੇਣ ਵਾਲੇ। ਰਾਏ ਤੇ ਹਰ ਇੱਕ ਨੇ ਹੱਥ ਤੇ ਰੱਖੀ ਆ। ਧੱਕੇ ਮਾਰ ਮਾਰ ਕੇ ਤੁਸੀਂ ਵੇਖ ਲਓ, ਜਦੋਂ ਕਦੀ ਸ਼ੁਰੂ ਕਰਕੇ ਵੇਖ ਲਓ, ਧੱਕੇ ਮਾਰ ਕੇ ਰਾਏ ਦੇਣ ਨੂੰ ਬੰਦਾ ਤਿਆਰ ਬੈਠਾ ਵੀ ਮੇਰੀ ਸੁਣੋ, ਮੈਨੂੰ ਪਤਾ ਆ। ਕਿਸੇ ਬਿਮਾਰ ਵਿਅਕਤੀ ਦਾ ਪਤਾ ਲੈਣ ਚਲੇ ਜਾਓ, ਜਿੰਨੇ ਵੀ ਬਿਮਾਰ ਦਾ ਪਤਾ ਲੈਣ ਜਾ ਰਹੇ ਆ ਨਾ, ਵੀ ਉਹਦੀ ਸੋਝੀ ਨੂੰ ਜਾ ਰਹੇ ਆ, ਉਹ ਸਾਰੇ ਡਾਕਟਰ ਨੇ। ਹਰ ਇੱਕ ਬੰਦਾ ਰਾਏ ਦੇ ਰਿਹਾ, ਇਹਨੂੰ ਆਹ ਪਿਆ ਕੇ ਵੇਖੋ, ਇਹਨੂੰ ਆਹ ਖਵਾ ਕੇ ਵੇਖੋ, ਇਹਨੂੰ ਟੇਢਾ ਕਰਕੇ ਵੇਖੋ, ਇਹਨੂੰ ਟੀਕਾ ਲਵਾ ਕੇ ਵੇਖੋ। ਹਰ ਇੱਕ ਹੀ ਰਾਏ ਦੇ ਰਿਹਾ। ਔਰ ਇਹੀ ਜਿਹੜੇ ਸਾਰੇ ਡਾਕਟਰ ਬਣੇ ਹੋਏ ਆ ਨਾ, ਇੱਕ ਮਰੀਜ਼ ਦੇ ਘੇਰੇ, ਤੇ ਇਹਨਾਂ ਦੇ ਹੱਥ ਕਿਤੇ ਡਾਕਟਰ ਆ ਜਾਏ, ਕੋਈ ਰਿਸ਼ਤੇਦਾਰੀ ਹੋਵੇ ਘਰੇ ਮਿਲਣ ਗਿਲਣ ਆ ਗਿਆ, ਤੇ ਸਾਰੇ ਜਿਹੜੇ ਉੱਥੇ ਰਾਏ ਦੇ ਰਹੇ ਸੀ ਇਹਨੂੰ ਆਹ ਖਵਾਓ, ਆਹ ਪਿਆਓ, ਉਹ ਸਾਰੇ ਹੁਣ ਡਾਕਟਰ ਦੇ ਘੇਰੇ। ਡਾਕਟਰ ਸਾਹਿਬ ਆਹ ਹੁੰਦਾ ਆ, ਇਹਦੇ ਬਾਰੇ ਮੈਂ ਕੀ ਖਾਵਾਂ? ਹੁਣ ਸਾਰੇ, ਇੱਕ ਡਾਕਟਰ ਬੈਠਾ, ਹੁਣ ਸਾਰੇ ਮਰੀਜ਼ ਆ। ਇਹਨਾਂ ਵਿੱਚ ਇੱਕ ਮਰੀਜ਼ ਬਹਿ ਜਾਏ ਤੇ ਫਿਰ ਸਾਰੇ ਡਾਕਟਰ ਆ। ਮਤਲਬ ਰਾਏ ਤਾਂ ਇੰਨੀ ਵੈਸੇ ਸਿਆਣਪ ਤਾਂ ਇਹ ਆ, ਜੇ ਪੁੱਛਿਆ ਜਾਏ ਤੇ ਫਿਰ ਦੱਸਿਆ ਜਾਏ। ਤੁਸੀਂ ਕਿਤੇ ਰਾਹ ਖੇੜੇ ਦੇ ਉੱਤੇ ਕਿਤੇ ਸਾਡੇ ਹਾਲ ਵੇਖੋ, ਲੋਕਾਂ ਦਾ ਐਕਸੀਡੈਂਟ ਹੋ ਜਾਂਦਾ ਨਾ, ਸਿਆਣੇ ਬੰਦੇ ਜਾਂ ਜਿਹੜਾ ਪ੍ਰਸ਼ਾਸਨ ਉੱਥੇ ਉਸ ਵਕਤ ਮੌਕੇ ਤੇ ਆ, ਉਹ ਬੰਦਿਆਂ ਨੂੰ ਬਚਾਉਣ ਲਈ ਜਾਂ ਉਹਨਾਂ ਬੰਦਿਆਂ ਨੂੰ ਅੰਦਰੋਂ ਕੱਢਣ ਲਈ ਜ਼ੋਰ ਲਾ ਰਿਹਾ, ਉਹਨਾਂ ਕੋਲ ਤਰੀਕਾ ਹੋ ਸਕਦਾ। ਕਈ ਵਾਰ ਵੇਖੋ ਤੁਸੀਂ, ਜਿਹੜੇ ਬੰਦੇ ਕੁਝ ਨਹੀਂ ਜਾਣਦੇ ਨਾ, ਜਿਨ੍ਹਾਂ ਨੂੰ ਕੱਖ ਨਹੀਂ ਪਤਾ, ਉਹ ਚੰਗੇ ਜਿਹੜੇ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਆ ਜਿਹੜੇ, ਉਹਨਾਂ ਨੂੰ ਵੀ ਕੰਮ ਕਰਨ 'ਚ ਵਿਘਨ ਪਾਉਣਗੇ। ਉਹ ਐਵੇਂ ਹੱਥ ਫਸਾਈ ਜਾਣਗੇ, ਐਵੇਂ ਰੌਲਾ ਪਾਈ ਜਾਣਗੇ, ਮੇਰੀ ਸੁਣੋ, ਇਹਨੂੰ ਖਿੱਚ ਲਓ, ਇਹਨੂੰ ਐਂ ਕਰ ਦਿਓ, ਆਹ ਕਰ ਦਿਓ। ਕਿ ਆਰਾਮ ਨਾਲ ਖਲੋ ਜਾਓ, ਜਦੋਂ ਤੁਹਾਡੀ ਲੋੜ ਪੈਗੀ ਤੁਸੀਂ ਰਾਏ ਦਿਓ। ਔਰ ਜੇ ਸਾਰੇ ਪਾਸੇ ਹਟ ਜਾਣਾ ਵੀ ਲੈ ਤੂੰ ਕਰ ਲਾ, ਫੇਰ ਖਲੋ ਜਾਣਗੇ ਵੀ ਇਹ ਤਾਂ ਬੜਾ ਔਖਾ ਕੰਮ ਆ, ਹੁੰਦਾ ਨਹੀਂ ਕੁਛ ਵੀ, ਫਿਰ ਖਲੋ ਜਾਣਗੇ। ਜੇ ਤੁਸੀਂ ਲੱਗੇ ਹੋ ਤੇ ਫਿਰ ਉਹ ਕਿਸੇ ਨੂੰ ਕਰਨ ਵੀ ਨਹੀਂ ਦੇਣਗੇ, ਫਿਰ ਖਿੱਚੀ ਜਾਣਗੇ, ਨਹੀਂ ਮੈਨੂੰ ਪੁੱਛ, ਮੈਨੂੰ ਦੱਸ, ਐਂ ਕਰ, ਇੱਥੋਂ ਖਿੱਚ। ਤੁਸੀਂ ਇੱਕ ਰੱਸੀ ਬੰਨਣੀ ਹੋਵੇ ਨਾ, 4 ਜਣੇ ਖਲੋ ਜਾਓ, ਇੱਕ ਰੱਸੀ ਬੰਨਣੀ ਹੋਵੇ, ਗੰਢ ਦੇਣੀ ਹੋਵੇ,
ਉਹਨਾਂ ਚਾਹੁੰ ਦਾ ਹਾਲ ਵੇਖੋ, ਇੱਕ ਰੱਸੀ ਨੂੰ ਸਿਰਫ ਗੰਢ ਹੀ ਦੇਣੀ ਆ, ਕੁਛ ਨਹੀਂ, ਵੱਡਾ ਕੰਮ ਨਹੀਂ ਕੋਈ ਹੈਗਾ। ਤੇ ਜੇ ਇੱਕ ਬੰਦਾ ਰੱਸੀ ਨੂੰ ਗੰਢ ਦੇ ਰਿਹਾ, ਜੇ ਨਹੀਂ ਠੀਕ ਦਿੱਤੀ ਜਾ ਰਹੀ ਤਾਂ ਉਹਨੂੰ ਦੁਬਾਰਾ ਖੋਲ ਕੇ ਬੰਨ ਲਾਂਗੇ, ਕੋਈ ਗੱਲ ਨਹੀਂ। ਏਡਾ ਝੁਰਮਟ ਪਾਉਣ ਦੀ ਜਾਂ ਹੱਥੋਂ ਪਾਈ ਹੋਣ ਦੀ ਕੀ ਦਿੱਕਤ ਹੈ? ਤੋ ਇਹ ਆਮ ਵਰਤਾਰਾ ਸਾਡੇ ਸਮਾਜ ਦੇ ਵਿੱਚ ਦੇਖਿਆ ਜਾ ਸਕਦਾ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਭਾਈ ਗੱਲਾਂ ਵਾਲੇ ਬਥੇਰੇ ਆ, ਇਹਨਾਂ ਦੀ ਗੱਲਾਂ ਵਾਲਿਆਂ ਦੀ ਤਾਂ ਗੱਲ ਛੱਡੋ ਤੁਸੀਂ, ਇਹ ਤਾਂ ਬਹੁਤ ਨੇ, ਛੱਡ ਨਾ ਸਕੇ ਕੋਈ। ਜੋ ਇਹ ਕਰ ਰਹੇ ਆ ਨਾ, ਜੋ ਇਹ ਕਰ ਰਹੇ ਆ, ਅੰਨੀ ਤਾਕਤ ਦੀ ਵਰਤੋਂ ਦੂਜਿਆਂ ਨੂੰ ਡਰਾਉਣ ਧਮਕਾਉਣ ਤੇ ਦੂਜਿਆਂ ਨੂੰ ਦੱਬਣ ਲਈ ਜੋ ਕੁਛ ਇਹ ਕਰ ਰਹੇ ਨੇ, ਮਹਾਰਾਜ ਕਹਿੰਦੇ ਇਹ ਜਿਹੜੀ ਕਰਤੂਤ ਆ ਨਾ ਭੈੜੀ, ਇਹਨੂੰ ਛੱਡਣ ਨੂੰ ਤਿਆਰ ਨਹੀਂ ਹੈਗੇ। ਗੱਲਾਂ ਬਥੇਰੀਆਂ ਜਿੰਨੀਆਂ ਮਰਜ਼ੀ ਕਰਾ ਲਓ, ਦਲੀਲਾਂ ਆ ਜਿੱਧਰ ਨੂੰ ਮਰਜ਼ੀ ਦੇ ਲਓ, ਪਰ ਜਿਹੜੀ ਕਰਤੂਤ ਮਾੜੀ ਆ ਉਹ ਛੱਡਣ ਨੂੰ ਇਹ ਤਿਆਰ ਬਿਲਕੁਲ ਨਹੀਂ ਹੈਗੇ। ਹਾਂਜੀ, ਮੱਖੀ ਮਿੱਠੇ ਮਰਨਾ। ਮੱਖੀਆਂ ਦਾ ਕੰਮ ਮਿੱਠੇ ਉੱਤੇ ਬਹਿਣਾ ਤੇ ਮਰਨਾ। ਮੱਖੀਆਂ ਨੂੰ ਸੱਦਣ ਥੋੜਾ ਜਾਂਦਾ, ਮੱਖੀਆਂ ਇਹ ਥੋੜਾ ਵੇਂਦੀਆਂ ਵੀ ਪਹਿਲੀਆਂ 4 ਮਰ ਗਈਆਂ, ਅਸੀਂ ਕਿਉਂ ਮਰਨ ਲੱਗੀਆਂ। ਮੱਖੀਆਂ ਦਾ ਕੰਮ ਹੈ ਪਹਿਲੀਆਂ 4 ਮਰੀਆਂ ਵੀ ਆ ਤਾਂ ਵੀ ਉੱਤੇ ਬਹਿ ਕੇ ਮਰਨਾ ਆ। ਮੱਖੀਆਂ ਦਾ ਕੰਮ ਹੈ ਮਰਨਾ, ਮੱਖੀਆਂ ਦਾ ਕੰਮ ਹੈ ਝੁਰਮਟ ਪਾਉਣਾ, ਮੱਖੀਆਂ ਦਾ ਕੰਮ ਹੈ ਡੁੱਬ ਚਾਹ 'ਚ ਮਰਨਾ। ਮੱਖੀਆਂ ਨੇ ਮਰਨਾ ਵਿਚਾਰੀਆਂ ਨੇ। ਬਹੁਤੇ ਸਮਾਜ ਦਾ, ਬਹੁਤੇ ਲੋਕਾਂ ਦਾ ਹਾਲ ਮੱਖੀਆਂ ਵਾਲਾ ਹੀ ਹੈ। ਹਾਂਜੀ, ਜਿਨ ਤੂੰ ਰੱਖੈ ਤਿਨ ਨੇੜ ਨਾ ਆਵੈ, ਤਿਨ ਪਉ ਸਾਗਰ ਤਰਨਾ। ਪੌੜੀ ਅਗੰਮ ਅਗੋਚਰ ਤੂੰ ਧਣੀ, ਸੱਚਾ ਅਲਖ ਅਪਾਰ। ਤੂੰ ਦਾਤਾ ਸਭ ਮੰਗਤੇ, ਇੱਕੋ ਦੇਵਨਹਾਰ। ਜਿਨੀ ਸੇਵਿਆ ਤਿਨੀ ਸੁਖ ਪਾਇਆ, ਗੁਰਮਤਿ ਵਿਚਾਰ। ਇਕ ਨਾਮੋ ਤੁਧ ਇਵੇਂ ਭਾਮਦਾ, ਮਾਇਆ ਨਾਲ ਪਿਆਰ। ਗੁਰ ਕੈ ਸ਼ਬਦ ਸਲਾਹੀਐ, ਅੰਤਰ ਪ੍ਰੇਮ ਪਿਆਰ। ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸਤਿਗੁਰ ਨਾ ਲੱਗੈ ਪਿਆਰ। ਤੂੰ ਪ੍ਰਭ ਸਭ ਤੁਧ ਸੇਵੰਦੇ, ਇਕ ਢਾਡੀ ਕਰੇ ਪੁਕਾਰ। ਦੇ ਨਾਮ ਸੰਤੋਖੀਆਂ ਦਾਨ, ਦੇ ਦਾਨ ਸੰਤੋਖੀਆਂ। ਸੱਚਾ ਨਾਮ ਮਿਲੇ ਆਧਾਰ। ਸ਼ਲੋਕ ਮਹਿਲਾ ਪਹਿਲਾ। ਰਾਤੀ ਕਾਲ ਘਟੈ ਦਿਨ ਕਾਲ, ਛਿਜੈ ਕਾਇਆ ਹੋਏ ਪਰਾਲ। ਵਰਤਨ ਵਰਤਿਆ ਸਰਬ ਜੰਜਾਲ, ਭੁਲਿਆ ਚੁੱਕ ਗਿਆ ਤਪ ਤਾਲ। ਅੰਧਾ ਝੱਕ ਝੱਕ ਪਿਆ ਝੇਰ, ਪਿਛੈ ਰੋਵਹਿ ਲਿਆਵਹਿ ਫੇਰ। ਬਿਨ ਬੂਝੇ ਕਿਛ ਸੂਝੈ ਨਾਹੀ, ਮੋਇਆ ਰੋਏ ਰੋਂਦੇ ਮਰ ਜਾਹੀ। ਵਾਓ। ਨਾਨਕ ਖਸਮੈ ਏਵੇਂ ਭਾਵੈ, ਸਈ ਹੋਏ ਜਿਨ ਚਿਤ ਨਾ ਆਵੈ। ਮਹਿਲਾ ਪਹਿਲਾ। ਮੁਆ ਪਿਆਰ ਪ੍ਰੀਤ ਮੋਈ, ਮੁਆ ਵੈਰ ਬਾਦੀ। ਬੰਦ ਗਿਆ ਰੂਪ ਬਿਨਸਿਆ, ਦੁਖੀ ਦੇਹ ਰੁਲੀ, ਦੁਖੀ ਦੇਹ ਰੁਲੀ। ਕਿੱਥੋਂ ਆਇਆ ਕਹਿ ਗਿਆ, ਇਹ ਨਾ ਸੀਓ ਇਹ ਸੀ। ਮਨ ਮੁਖ ਗੱਲਾਂ ਗੋਈਆਂ, ਕੀਤਾ ਚਾਉ ਰਦੀ। ਨਾਨਕ ਸੱਚੇ ਨਾਮ ਬਿਨ, ਸਿਰ ਖੁਰ ਪਤ ਪਾਟੀ। ਪੌੜੀ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਬਾਜ ਗੁਰੂ ਜਗਤ ਮੋਰਾਨਾ, ਨਾਮੈ ਸਾਰ ਨਾ ਪਾਈ। ਸਤਿਗੁਰ ਸੇਵੈ ਸੇ ਪਰਵਾਨ, ਜਿਨ ਜੋਤੀ ਜੋਤ ਮਿਲਾਈ। ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣਾ ਮਨ ਵਸਾਈ। ਆਪਣੇ ਭਾਣੇ ਕੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਵਿਖਿਆ ਕਦੇ ਹੀ ਰਜੈ ਨਾਈ, ਮੂਰਖ ਭੁਖ ਨਾ ਜਾਈ। ਦੂਜੈ ਸਭ ਕੋ ਲਾਗਵੇ ਗੋਤਾ, ਬਿਨ ਸਤਿਗੁਰ ਬੂਝ ਨਾ ਪਾਈ।
ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ। ਸ਼ਲੋਕ ਮਹਿਲਾ ਪਹਿਲਾ। ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਬੱਲੇ ਪਾਏ। ਸੋ ਧਨ ਮਿੱਤਰ ਨਾ ਕਾਢੀਐ, ਜਿਤ ਸਿਰ ਚੋਟਾਂ ਖਾਏ। ਵਾਹ। ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ। ਜਿਨ ਕੈ ਹਿਰਦੈ ਤੂ ਵਸੈ, ਤੇ ਨਰ ਗੁਣੀ ਗਹੀਰ। ਮਹਿਲਾ ਪਹਿਲਾ। ਦੁਖੀ ਦੁਨੀ ਸਹੇੜੀਐ, ਜਾਇ ਤਾ ਲੱਗੈ ਦੁਖ। ਨਾਨਕ ਸੱਚੇ ਨਾਮ ਬਿਨ, ਕਿਸੈ ਨ ਲੱਥੀ ਭੁਖ। ਰੂਪੀ ਭੇ ਭੁਖ ਨਾ ਉਤਰੈ, ਜਾ ਦੇਖਾਂ ਤਾਂ ਭੁਖ। ਵਾਹ। ਜੇਤੇ ਰਸ ਸਰੀਰ ਕੇ, ਤੇਤੇ ਲੱਗੈ ਦੁਖ। ਮਹਿਲਾ ਪਹਿਲਾ। ਅੰਧੀ ਕਮੀ ਅੰਧ ਮਨ, ਮਨ ਅੰਧੈ ਤਨ ਅੰਧ। ਚਿਕੜ ਲਾਏ ਕਿਆ ਥੀਐ, ਜਾ ਟੁੱਟੈ ਪੱਥਰ ਬੰਧ। ਬੰਧ ਟੁੱਟਾ ਬੇੜੀ ਨਹੀਂ, ਨਾ ਦੁਲਹਾ ਨਾ ਹਾਥ। ਨਾਨਕ ਸੱਚੇ ਨਾਮ ਬਿਨ, ਕੇਤੇ ਡੁਬੇ ਸਾਥ। ਮਹਿਲਾ ਪਹਿਲਾ। ਲੱਖ ਮਨ ਸੋਇਨਾ ਲੱਖ ਮਨ ਰੂਪਾ, ਲੱਖ ਸ਼ਾਹ ਸਿਰ ਸ਼ਾਹ। ਲੱਖ ਲਸ਼ਕਰ ਲੱਖ ਬਾਜੇ ਨੇ ਸੇ, ਲੱਖੀ ਘੋੜੀ ਪਾਤਸ਼ਾਹ। ਜਿੱਥੈ ਸਾਇਰ ਲੰਗਣਾ, ਅਗਨ ਪਾਣੀ ਅਸਗਾ। ਕੰਧੀ ਕਿਸ ਨਾ ਆਵਈ, ਤਾਹੀ ਪਵੈ ਕਹਾ। ਨਾਨਕ ਉਥੈ ਜਾਣੀਐ, ਸ਼ਾਹ ਕੇਹੀ ਪਾਤਸ਼ਾਹ। ਪੌੜੀ। ਇਕ ਨਾ ਕਰੀ ਜੰਜੀਰ ਬਾਂਦਰ ਬਾਣੀਐ, ਬੱਦੇ ਛੁਟੈ ਸੱਚ ਸੱਚ ਪਛਾਣੀਐ। ਲਿਖਿਆ ਪੱਲੇ ਪਾਏ, ਸੋ ਸੱਚ ਜਾਣੀਐ। ਹੁਕਮੀ ਹੋਏ ਨਿਵੇਦ, ਗਿਆ ਜਾਣੀਐ। ਭੋਜਨ ਧਾਰਨ ਹਾਰ, ਸ਼ਬਦ ਪਛਾਣੀਐ। ਚੋਰ ਜਾਰ ਜੁਆਰ, ਪੀਲੇ ਕਹਾਣੀਐ। ਹਿੰਦ ਗਲਾਏ ਤਵਾਰ, ਮਿਲੇ ਹੜਵਾਣੀਐ। ਗੁਰਮੁਖ ਸੱਚ ਸਮਾਏ, ਸੋ ਦਰਗਾਹ ਜਾਣੀਐ। ਹਾਂਜੀ, ਇਹ ਜਿਹੜਾ ਪਾਠ ਸਾਡੇ ਕੋਲ ਆਪ ਜੀ ਦਰਸ਼ਨ ਕਰ ਰਹੇ ਹੋ ਨਾ ਜੀ, ਇਹ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਪਾਠ ਕਰਦੇ ਹਾਂ, ਅਣਗਹਿਲੀ ਕਰ ਜਾਂਦੇ ਹਾਂ, ਔਰ ਧਿਆਨ ਕਈ ਵਾਰੀ ਸਾਡਾ ਇੱਧਰ ਜਾਂਦਾ ਨਹੀਂ। ਅਸੀਂ ਇਹਨੂੰ ਪੜ੍ਹ ਜਾਂਦੇ ਹਾਂ ਨਿੰਦਕ ਲਾਏ ਤਬਾਰ, ਲਾਏ ਤਬਾਰ, ਜਦ ਕਿ ਇਹਦਾ ਪਾਠ ਹੈਗਾ ਲਾ ਇਤਬਾਰ। ਜਿੱਦਾਂ ਅਸੀਂ ਬੋਲਦੇ ਹਾਂ ਇਲਾਜ, ਤੇ ਉਹਦਾ ਵਿਰੋਧੀ ਅਸੀਂ ਬੋਲਦੇ ਹਾਂ ਲਾ ਇਲਾਜ। ਜਿਵੇਂ ਇਲਾਜ ਲਾ ਇਲਾਜ, ਇਦਾਂ ਹੀ ਇੱਥੇ ਸਾਨੂੰ ਦੇਖਣਾ ਪਏਗਾ ਨਿੰਦਕ ਲਾ ਇਤਬਾਰ। ਇਤਬਾਰ ਤੋਂ, ਯਕੀਨ ਤੋਂ, ਭਰੋਸੇ ਤੋਂ ਉਲਟ ਵਾਲੀ ਗੱਲ, ਲਾ ਇਤਬਾਰ। ਹਾਂਜੀ ਠੀਕ ਹੈ। ਨਿੰਦਕ ਲਾ ਇਤਬਾਰ, ਮਿਲੇ ਹੜਵਾਣੀਐ। ਗੁਰਮੁਖ ਸੱਚ ਸਮਾਏ, ਸੋ ਦਰਗਾਹ ਜਾਣੀਐ। ਸ਼ਲੋਕ ਮਹਿਲਾ ਦੂਜਾ। ਨਾਉ ਫਕੀਰੈ ਪਾਤਸ਼ਾਹ, ਮੂਰਖ ਪੰਡਿਤ ਨਾਉ। ਅੰਧੇ ਕਾ ਨਾਉ ਬਾਰਖੂ, ਏਵੇਂ ਕਰੇ ਗਵਾਉ। ਇਲਤ ਕਾ ਨਾਉ ਚੌਧਰੀ, ਪੂਰੀ ਪੂਰੇ ਥਾਉ। ਨਾਨਕ ਗੁਰਮੁਖ ਜਾਣੀਐ, ਕਲ ਕਾ ਏ ਨਿਆਉ। ਮਹਿਲਾ ਪਹਿਲਾ। ਹਰਣਾ ਬਾਜਾਂ ਤੈ ਸਿਕਦਾਰਾਂ, ਇਹ ਨਾ ਪੜਿਆ ਨਾਉ। ਫਾਂਦੀ ਲੱਗੀ ਜਾਤ ਫਹਾਇਨ, ਕਹਿ ਨਾਹੀ ਥਾਉ। ਸੋ ਪੜਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ। ਪਹਿਲੋਂ ਦੇ ਜੜ ਅੰਦਰ ਜਮੈ, ਤਾਂ ਉੱਪਰ ਹੋਵੇ ਛਾਉ। ਰਾਜੇ ਸੀ ਮੁਕੱਦਮ ਉੱਤੇ,
ਜਾਏ ਜਗਾਇਨ ਬੈਠੇ ਸੁਤੇ ਵਾਹ। ਚਾਕਰ ਨੰਦਾ ਪਾਇਨ ਘਾਓ ਰਾਤ ਪਿਤ ਕੁਤੇ ਹੋ ਛੱਡ ਜਾ ਜਿੱਥੇ ਦੀਆਂ ਹੋਸੀ ਸਾਰ ਨੱਕੀ ਵੱਡੀ ਲਾ ਇਤਬਾਰ ਬਿਲਕੁਲ। ਪੌੜੀ ਆਪ ਪਾਏ ਮੇਦਨੀ ਆਪੇ ਕਰਦਾ ਸਾਰ ਨਹੀਂ ਪੈ ਬਿਨ ਪਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਿਗੁਰ ਦੇ ਭਉ ਉਪਜੈ ਪਾਈਐ ਮੋਖ ਦੁਆਰ ਪੈ ਦੇ ਸਹਿਜ ਪਾਈਐ ਬਿਨ ਜੋਤੀ ਜੋਤ ਅਪਾਰ ਪੈ ਦੇ ਭੈਜ ਲੰਘੀਐ ਗੁਰਮਤਿ ਵਿਚਾਰ ਪੈ ਦੇ ਨਿਰਭਉ ਪਾਈਐ ਜਿਸ ਦਾ ਅੰਤ ਨਾ ਪਾਰਾਵਾਰ ਮਨ ਮੁਖ ਭੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰੈ ਪੁਕਾਰ ਨਾਨਕ ਨਾਮੈ ਹੀ ਦੇ ਸੁਖ ਪਾਇਆ ਗੁਰਮਤਿ ਗੁਰ ਧਾਰ ਸ਼ਲੋਕ ਮਹਿਲਾ ਪਹਿਲਾ ਰੂਪੈ ਕਾਮੈ ਦੋਸਤੀ ਭੁਖੈ ਸਾਧੈ ਗੰਢ ਲੱਭੈ ਮਾਲੈ ਕੁਲ ਮਿਲ ਵਿਚਲ ਉਂਗੈ ਲੱਭੈ ਮਾਲੈ ਭੋਲ ਮਿਲ ਮਿਚਲ ਲੱਭੈ ਮਾਲੈ ਕੁਲ ਮਿਲ ਵਿਚਲ ਉਂਗੈ ਸੋੜ ਪਲੰਗ ਭੌਂਕੈ ਕੋਪ ਫੁਆਰ ਹੋਏ ਫੱਕੜ ਪਿੱਟੇ ਅੰਧ ਚੁਪੈ ਚੰਗਾ ਨਾਨਕਾ ਬਿਨ ਨਾਮੈ ਮੋਹ ਗੰਧ ਪਹਿਲਾ ਪਹਿਲਾ ਰਾਜਮਾਲ ਰੂਪ ਜਾਤ ਜੋ ਮਨ ਬੰਦੇ ਠੱਗ ਵਾਹ ਜੀ। ਇੰਨੀ ਠੱਗੀ ਜਗ ਠੱਗਿਆ ਬਿਨੈ ਨ ਰੱਖੀ ਲੱਜ ਇਹਨਾਂ ਠੱਗਨ ਠੱਗ ਸੇ ਗੁਰ ਜੇ ਗੁਰ ਕੀ ਪੈਰੀ ਪਾਵੇ ਨਾਨਕ ਕਰਮਾਂ ਬਾਹਰੇ ਹੋਰ ਕੀਤੇ ਮੁੱਠੇ ਜਾਏ ਪੌੜੀ ਪੜਿਆ ਲਿਖੇ ਦਾ ਲੇਖਾ ਮੰਗੀਐ ਮਿਲਣਾ ਮੈਂ ਕੂੜਿਆ ਔਖਾ ਤੰਗੀਐ ਔਖਾ ਲੁਧੇਰਾ ਗਲੀਆਂ ਰੋਕੀਆਂ ਸੱਚਾ ਵੇ ਪਰਵਾਹ ਸ਼ਬਦ ਸੰਤੋਖੀਆਂ ਗੈਰ ਗੰਭੀਰ ਅਥਾ ਹਾਥ ਨਾ ਲਬਈ ਮੋਹੇ ਮੂੰਹ ਚੋਟਾਂ ਖਾਓ ਮੇਰੇ ਗੁਰ ਕੋਈ ਨਾ ਛੁਟਸੀ ਪਾਸੇ ਦੀ ਘਰ ਜਾ ਨਾਮ ਖਾਣੀਐ ਹੁਕਮੀ ਸਾਗਿਰਾ ਬੇਲਾ ਜਾਣੀਐ ਸ਼ਲੋਕ ਮਹਿਲਾ ਪਹਿਲਾ ਪੌਣੇ ਪਾਣੀ ਅਗਨੀ ਜੀਓ ਕਿਨ ਕਿਆ ਖੁਸ਼ੀਆਂ ਕਿਆ ਪੀੜ ਤਰਦੀ ਪਾਤਾਲੀਆਂ ਕਸ਼ੀ ਇੱਕ ਦਲ ਰਹਿਣ ਵਜ਼ੀਰ ਇੱਕ ਨਾ ਵੱਡੀ ਅਰਜਾ ਇੱਕ ਮਰ ਹੋਏ ਜ਼ਹੀਰ ਇੱਕ ਦੇਖਾਏ ਫੁੱਟੈ ਨਾਹੀ ਇੱਕ ਸਦਾ ਫਿਰੈ ਫਕੀਰ ਹੁਕਮੀ ਸਾਜੇ ਹੁਕਮੀ ਢਾਹੇ ਏਕ ਜਸੇ ਮਹਿ ਲਖ ਸਭ ਕੋ ਨਤੈ ਨਤਿਆ ਬਖਸ਼ੇ ਦੋੜੇ ਨਤ ਵਰਨਾ ਜੇਨਾ ਬਾਰਾ ਵੇਖੇ ਬਾਜ ਅਲਖ ਕਿਉ ਕਥੀਐ ਕਿਉ ਆਖੀਐ ਜਾਪੈ ਸੱਚੋ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪ ਕਥ ਕਥ ਕੀ ਕਥਾ ਸੁਣੇ ਰਿਦ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਪਹਿਲਾ ਪਹਿਲਾ ਅਜਰ ਜਨੈ ਤਾ ਨੌ ਕੁਲ ਬੰਧ ਪੂਜੈ ਪ੍ਰਾਨ ਹੋਵੇ ਥਿਰ ਕੰਧ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹਿ ਪਰਵਾਨ ਹੁਕਮੈ ਬੁਝੇ ਤਤ ਪਛਾਣੈ ਇਹ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਪੜੀਏ ਨਾਨਕ ਜਾਣ ਨਾ ਹੋ ਨਾ ਮੈਂ ਜੁਨੀ ਪਾਨ ਪੌੜੀ ਪੜੀਏ ਨਾਮ ਸਾਦਾ ਹੋਰ ਬੁੱਧੀ ਮਿਥਿਆ ਮਿਲ ਸੱਚੇ ਵਪਾਰ ਜਨਮ ਮਿਥਿਆ
ਅੰਤ ਨਾ ਪਾਰਾਵਾਰ ਨਾ ਕਿਨਹੀ ਪਾਇਆ। ਸਭ ਜਗ ਗਰਭ ਗੁਬਾਰ ਤਿਨ ਸੱਚ ਨਾ ਪਾਇਆ। ਚਲੇ ਨਾਮ ਵਿਸਾਰ ਤਾਵਣ ਤਤਿਆ ਬਲਦੀ ਅੰਦਰ ਤੇਲ ਦੁਬਿਧਾ ਕਤਿਆ। ਆਇਆ ਉੱਠੀ ਖੇਲ ਫਿਰੈ ਵਤਿਆ ਨਾਨਕ ਸੱਚੇ ਮੇਲ ਸੱਚੇ ਰਤਿਆ। ਸ਼ਲੋਕ ਮਹਿਲਾ ਪਹਿਲਾ। ਪਹਿਲਾ ਮਾਸੋਂ ਨਿਮਿਆ ਮਾਸੈ ਅੰਦਰ ਵਾਸ। ਜਿਉ ਪਾਏ ਮਾਸ ਮੋਹ ਮਿਲਿਆ ਹੱਡ ਚੰਮ ਤਨ ਮਾਸ। ਮਾਸੋਂ ਬਾਹਰ ਕੱਢਿਆ ਮਮਾ ਮਾਸ ਗਿਰਾਸ। ਮੋਹ ਮਾਸੈ ਕਾ ਜੀਵ ਮਾਸੇ ਕੀ ਮਾਸੈ ਅੰਦਰ ਸਾਸ। ਵੱਡਾ ਹੋਆ ਵੀ ਆਇਆ ਕਰ ਲੈ ਆਇਆ ਵਾਸ। ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾਖ। ਸਤਿਗੁਰ ਮਿਲੇ ਹੁਕਮ ਬੁਝੀਐ ਤਾਂ ਕੋ ਆਵੈ ਰਾਸ। ਆਪ ਛੁਟੇ ਨ ਛੁਟੀਐ ਨਾਨਕ ਬਚਨ ਬਿਨਾ। ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਅੰਦਰ ਸਾਡੀ ਇਹ ਸੰਸਾਰਿਕ ਬਣਤਰ, ਸਾਡਾ ਇਹ ਸਰੀਰ, ਸਾਡਾ ਪਰਿਵਾਰ, ਸਾਡੀ ਸਾਰੀ ਰਿਸ਼ਤੇਦਾਰੀ, ਸਤਿਗੁਰੂ ਨੇ ਸਾਰੀ ਗੱਲ ਗਿਣ ਕੇ ਇੱਥੇ ਲਿਆਂਦੀ ਹੈ ਕਿ ਮਾਸ ਤੋਂ ਹੀ ਸਾਡਾ ਮੁੱਢ ਵੱਜਾ। ਮਾਸ ਤੋਂ ਹੀ ਇਹ ਸਾਰਾ ਸਿਲਸਿਲਾ ਅੱਗੇ ਤੁਰਿਆ। ਸਾਡਾ ਜਿਹੜਾ ਸਾਹ ਆ ਰਿਹਾ ਉਹ ਵੀ ਮਾਸ ਵਿੱਚ ਹੀ ਆ ਰਿਹਾ। ਜਿਹੜੀ ਸਾਡੀ ਜਿੰਦ ਟਿਕੀ ਹੋਈ ਆ ਉਹ ਵੀ ਇਸ ਮਾਸ ਵਿੱਚ ਹੀ ਟਿਕੀ ਹੋਈ ਆ। ਜਿੰਨਾ ਕੁਛ ਇਹ ਸਾਰਾ ਸਿਲਸਿਲਾ ਇਹ ਮਾਸ ਹੀ ਆ। ਮਾਸ ਤੋਂ ਮਨੁੱਖ ਬਾਹਰ ਨਿਕਲਿਆ, ਜਾਨੀ ਮਾਂ ਤੋਂ ਇਹਨੇ ਜਨਮ ਲਿਆ ਤੇ ਪਹਿਲੀ ਵਾਰ ਜਦੋਂ ਇਹਨੂੰ ਭੁੱਖ ਲੱਗੀ ਇਹਦੇ ਮੂੰਹ 'ਚ ਮਾਂ ਦਾ ਦੁੱਧ ਜਦੋਂ ਮਿਲਿਆ ਉਹ ਵੀ ਮਾਸ ਹੀ ਸੀਗਾ। ਫਿਰ ਅੱਗੇ ਸਤਿਗੁਰੂ ਕਹਿੰਦੇ ਵੱਡਾ ਹੋਆ ਵੀ ਆਇਆ। ਜਦੋਂ ਵੱਡਾ ਹੋਇਆ, ਜਵਾਨ ਹੋਇਆ, ਵਿਆਹਿਆ ਗਿਆ, ਜਿਸ ਔਰਤ ਨਾਲ ਵਿਆਹਿਆ ਗਿਆ ਉਹ ਔਰਤ ਵੀ ਇੱਕ ਮਾਸ ਸੀ। ਸਤਿਗੁਰੂ ਕਹਿੰਦੇ ਨੇ ਜਦੋਂ ਵਿਆਹ ਹੋਇਆ ਤੇ ਮਾਸੋਂ ਹੀ ਮਾਸ ਉਪਜੈ। ਮਾਸ ਤੋਂ ਫੇਰ ਅੱਗੇ ਮਾਸ ਪੈਦਾ ਹੋਇਆ, ਜਾਨੀ ਬੱਚੇ ਫੇਰ ਪੈਦਾ ਹੋਏ। ਮਾਸੋਂ ਸਭੋ ਸਾਕ, ਜਿੰਨੇ ਸਾਕ ਆ ਰਿਸ਼ਤੇਦਾਰ ਭੈਣ ਭਰਾ ਆ ਸਾਰੇ ਹੀ ਮਾਸ ਤੋਂ ਹੀ ਆ, ਮਾਸ ਕਰਕੇ ਹੀ ਨੇ। ਸਤਿਗੁਰ ਮਿਲਿਆ ਹੁਕਮ ਬੁੱਝ ਗਿਆ ਤਾਕੋ ਆਵੇ ਰਾਸ। ਭਾਈ ਅਸਲ ਗੱਲ ਤਾਂ ਬਣਦੀ ਜੇ ਸਤਿਗੁਰੂ ਦਾ ਹੁਕਮ ਬੁੱਝ ਲਈਏ। ਤੇ ਅਖੀਰ ਤੇ ਮਹਾਰਾਜ ਕਹਿੰਦੇ ਆਪ ਛੁੱਟੇ ਨਾ ਛੂਟ ਗਿਆ ਨਾਨਕ ਬਚਨ ਵਿਨਾਸ਼। हे ਨਾਨਕ ਗੱਲ ਹੀ ਝੂਠੀ ਆ। ਜੇ ਕੋਈ ਕਹਿੰਦਾ ਨਾ ਕਿ ਮੈਂ ਛੁੱਟ ਗਿਆ, ਮੈਂ ਛੱਡ ਦਿੱਤਾ, ਮੇਰਾ ਮਾਸ ਨਾਲ ਨਾਤਾ ਨਹੀਂ, ਇਹ ਝੂਠ ਆ। ਸਾਡਾ ਸਰੀਰ, ਸਾਡੇ ਸੰਬੰਧ, ਸਾਡੀ ਰਿਸ਼ਤੇਦਾਰੀ, ਸਾਡਾ ਸਾਰਾ ਜਿੰਨਾ ਵਿਹਾਰ ਆ ਉਹ ਸਾਰਾ ਸਰੀਰਾਂ ਨਾਲ ਹੀ ਆ ਤੇ ਸਰੀਰ ਸਾਰੇ ਹੀ ਮਾਸ ਦੇ ਆ। ਐਵੇਂ ਇਹੋ ਜੀ ਗੱਲ ਦੇ ਵਿੱਚ ਪੈ ਕੇ ਤੁਸੀਂ ਇਹ ਜ਼ੋਰ ਲਾ ਰਹੇ ਹੋ ਕਿ ਮੈਂ ਮਾਸ ਛੱਡ ਦਿੱਤਾ, ਮੇਰਾ ਨਾਤਾ ਨਹੀਂ। ਨਾਤਾ ਕਿਉਂ ਨਹੀਂ? ਸਾਰੇ ਸਰੀਰ ਜਿੰਨੇ ਸਾਰੇ ਰਿਸ਼ਤੇਦਾਰੀ, ਬੱਚੇ, ਪਰਿਵਾਰ ਸਾਰਾ ਮਾਸ ਹੀ ਆ, ਛੱਡਿਆ ਜਾ ਸਕਦਾ? ਇਹ ਤੇ ਗੱਲ ਹੀ ਝੂਠੀ ਹੋ ਗਈ। ਅਗਲਾ ਸ਼ਲੋਕ ਇੱਕ ਹੋਰ ਆ ਜਿਹੜਾ ਸਤਿਗੁਰੂ ਨੇ ਅਸਲ ਸਾਡੇ ਸਾਹਮਣੇ ਲਿਆਂਦਾ, ਔਰ ਜਿਹੜਾ ਸਵਾਲ ਸਾਡੇ ਵਿੱਚ ਆਮ ਤੌਰ ਤੇ ਇੱਕ ਪ੍ਰਚਲਿਤ ਰਹਿੰਦਾ, ਜਾਂ ਜਿਸ ਸਵਾਲ ਨੂੰ ਲੈ ਕੇ ਸਾਡੇ ਲੋਕ ਕਈ ਵਾਰ ਆਪਸ ਵਿੱਚ ਉੱਚਾ ਨੀਵਾਂ ਹੋ ਜਾਂਦੇ ਨੇ, ਗੁੱਸੇ ਨਾਰਾਜ਼ਗੀਆਂ ਤੱਕ ਚਲੇ ਜਾਂਦੇ ਨੇ, ਬੁਰਾ ਭਲਾ ਕਹਿਣ ਤੱਕ ਚਲੇ ਜਾਂਦੇ ਨੇ। ਸਤਿਗੁਰੂ ਨੇ ਉਹ ਸਵਾਲ ਇੱਕ ਗੱਲ ਹੋਰ ਧਿਆਨ 'ਚ ਰੱਖਣਾ, ਜਿਹੜਾ ਅਸੀਂ ਅਗਲਾ ਸ਼ਲੋਕ ਪੜਾਂਗੇ। ਇਹ ਸਵਾਲ ਸਾਡਾ ਅੱਜ ਦਾ ਨਹੀਂਗਾ ਕਿ ਸਿੱਖ ਧਰਮ 'ਚ ਸਵਾਲ ਪੈਦਾ ਹੋਇਆ। ਮਾਸ ਵਾਲਾ ਸਵਾਲ ਜਿਹੜਾ ਉਹ ਸਿੱਖ ਧਰਮ 'ਚ ਹੀ ਪੈਦਾ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸ਼ਲੋਕ ਲਿਖ ਰਹੇ ਆ ਨਾ, ਤੁਸੀਂ ਆਪਾਂ ਸ਼ਲੋਕ ਦੇ ਬੋਲ ਵੇਖਾਂਗੇ ਫਿਰ ਗੱਲ ਕਰਾਂਗੇ। ਜਦੋਂ ਗੁਰੂ ਨਾਨਕ ਸਾਹਿਬ ਇਹ ਸ਼ਲੋਕ ਰਚ ਰਹੇ ਆ ਉਦੋਂ ਵੀ ਉਹਨਾਂ ਦੇ ਸਾਹਮਣੇ ਵੱਡਾ ਮਸਲਾ ਆ। ਇਹ ਸਵਾਲ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਚੱਲਦਾ ਪਿਆ ਆ। ਇਹ ਝਗੜਾ ਲੰਬੇ ਸਮੇਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਆ। ਕੋਈ ਕਹਿੰਦਾ ਖਾਣਾ ਆ, ਕੋਈ ਕਹਿੰਦਾ ਨਹੀਂ ਖਾਣਾ।
ਕੋਈ ਕਹਿੰਦਾ ਪਾਪ ਆ, ਕੋਈ ਕਹਿੰਦਾ ਨਹੀਂ ਕੋਈ ਗੱਲ ਨਹੀਂ। ਇਹ ਰੌਲਾ ਲੰਬੇ ਸਮੇਂ ਤੋਂ ਹੀ ਚੱਲਦਾ ਆ ਰਿਹਾ, ਔਰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਦੋਂ ਇਹ ਰੌਲਾ ਆਇਆ ਆ, ਗੁਰੂ ਨਾਨਕ ਸਾਹਿਬ ਇਸ ਰੌਲੇ ਨੂੰ ਸਮਝ ਰਹੇ ਨੇ, ਜਾਂ ਗੁਰੂ ਨਾਨਕ ਸਾਹਿਬ ਇਸ ਰੌਲੇ ਨੂੰ ਲੋਕਾਂ ਦੇ ਸਾਹਮਣੇ ਜਿਹੜਾ ਸਮਝਾਉਣ ਲਈ ਵਰਤਦੇ ਨੇ, ਤਾਂ ਉਹ ਅਸੀਂ ਅਗਲੇ ਸ਼ਲੋਕ ਵਿੱਚ ਵੇਖਦੇ ਹਾਂ। ਜਿਹੜਾ ਸਵਾਲ ਇਹ ਕੀਤਾ ਜਾ ਰਿਹਾ ਖਾਣਾ, ਦੂਜਾ ਸਵਾਲ ਸਾਡੇ ਸਾਹਮਣੇ ਆ ਰਿਹਾ ਨਹੀਂ ਖਾਣਾ। ਦੋ ਗੱਲਾਂ ਆ ਰਹੀਆਂ। ਕਿੰਨੀ ਕਮਾਲ ਦੀ ਗੱਲ ਆ, ਜੇ ਇੱਕ ਕਹਿੰਦਾ ਖਾਣਾ, ਦੂਜਾ ਕਹਿੰਦਾ ਨਹੀਂ ਖਾਣਾ। ਮਹਾਰਾਜ ਨੇ ਕਿਹਾ ਦੋਵੇਂ ਹੀ ਗਲਤ ਆ, ਸਵਾਲ ਹੀ ਤੁਹਾਡਾ ਗਲਤ ਆ, ਸਵਾਲ ਹੀ ਗਲਤ ਹੈ। ਔਰ ਇਹ ਬੜੀ ਵੱਡੀ ਗੱਲ ਆ ਕਿ ਸਵਾਲ ਹੋਵੇ ਤੇ ਉਹਦਾ ਉੱਤਰ ਦਿੱਤਾ ਜਾਂਦਾ ਆ, ਪਰ ਇਹ ਬੜੀ ਵੱਡੀ ਗੱਲ ਆ ਕਿ ਸਵਾਲ ਹੀ ਗਲਤ ਕਰ ਦਿੱਤਾ ਜਾਏ ਔਰ ਦਲੀਲ ਨਾਲ ਕੀਤਾ ਜਾਏ ਤੇਰਾ ਸਵਾਲ ਹੀ ਗਲਤ ਹੈ। ਇਹ ਖੂਬੀ ਸਾਨੂੰ ਇਸ ਸ਼ਲੋਕ ਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਈ, ਔਰ ਅਸੀਂ ਦੇਖਦੇ ਹਾਂ ਜੀ। ਮਹਿਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਹਾਂ, ਕੌਣ ਝਗੜਦੇ ਆ? ਬੋਲਿਓ ਜੀ, ਤੁਹਾਡੇ ਕੋਲ ਪਾਠ ਹੈ ਸਾਹਮਣੇ। ਕੌਣ ਝਗੜਦੇ ਆ? ਇਹ ਝਗੜਾ ਮੂਰਖਾਂ ਦਾ ਆ। ਮਾਸ ਮਾਸ ਕਰ ਮੂਰਖ ਝਗੜੇ, ਮੂਰਖਾਂ ਦਾ ਝਗੜਾ, ਮੂਰਖਾਂ ਦਾ। ਇਹਦਾ ਮਤਲਬ ਇਹਦਾ ਦੂਜਾ ਪਾਸਾ ਆਇਆ ਕਿ ਸਿਆਣਿਆਂ ਦਾ ਇਹ ਰੌਲਾ ਨਹੀਂ ਆ, ਸਿਆਣੇ ਇਹਨਾਂ ਰੌਲਿਆਂ 'ਚ ਪੈਂਦੇ ਨਹੀਂ। ਇਹ ਮੂਰਖਾਂ ਦਾ ਝਗੜਾ ਆ। ਇੱਕ ਕਹਿੰਦਾ ਖਾ ਲੈਣਾ, ਦੂਜਾ ਕਹਿੰਦਾ ਨਾ ਨਾ ਪਾਪ ਆ, ਨਹੀਂ ਨੇੜੇ ਨਹੀਂ ਜਾਣਾ। ਮੂਰਖਾਂ ਦਾ ਝਗੜਾ। ਖਾਣ ਵਾਲਾ ਵੀ ਉੱਥੇ ਹੀ ਜ਼ੋਰ ਲਾ ਰਿਹਾ ਤੇ ਨਾ ਖਾਣ ਵਾਲਾ ਵੀ ਉੱਥੇ ਹੀ ਜ਼ੋਰ ਲਾ ਰਿਹਾ। ਦੋਵੇਂ ਹੀ ਗਲਤ ਨੇ, ਦੋਵੇਂ ਹੀ ਗਲਤ ਨੇ। ਦੋਵਾਂ ਨੂੰ ਕੱਖ ਨਹੀਂ ਪਤਾ ਹੈਗਾ। ਦੇਖਿਓ ਧਿਆਨ ਨਾਲ, ਗਿਆਨ ਧਿਆਨ ਨਹੀਂ ਜਾਣੇ। ਇਹਨੂੰ ਗਿਆਨ ਧਿਆਨ ਹੈ ਹੀ ਕੱਖ ਨਹੀਂ, ਪਤਾ ਹੀ ਕੱਖ ਨਹੀਂ, ਇਹਨੂੰ ਸਮਝ ਹੀ ਕੱਖ ਨਹੀਂ ਹੈਗੀ। ਹਾਂਜੀ। ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੈ ਪਾਪ ਸਮਾਣੇ। ਪਾਪ ਕਿਹੜੀ ਗੱਲ 'ਚ ਹੈ, ਸਾਗ ਵਿੱਚ ਕਿ ਮਾਸ ਵਿੱਚ? ਕਿਹੜੀ ਗੱਲ 'ਚ? ਕੌਣ ਉੱਤਰ ਦੇਵੇਗਾ? ਕੋਈ ਨਹੀਂ। ਸਾਗ ਖਾਣਾ ਪੁੰਨ ਹੈ ਤੇ ਮਾਸ ਖਾਣਾ ਪਾਪ ਹੈ। ਮਹਾਰਾਜ ਕਹਿੰਦੇ ਪਤਾ ਹੀ, ਅਸਲ 'ਚ ਗੱਲ ਦਾ ਤੁਹਾਨੂੰ ਪਤਾ ਹੀ ਕੱਖ ਨਹੀਂ ਹੈ। ਜਿਹੜਾ ਉੱਤੇ ਪਹਿਲਾਂ ਕਿਹਾ ਨਾ, ਗਿਆਨ ਧਿਆਨ ਨਹੀਂ ਜਾਣਿਆ, ਤੁਹਾਨੂੰ ਪਤਾ ਹੀ ਕੱਖ ਨਹੀਂ ਅਸਲ 'ਚ। ਤੁਸੀਂ ਦੋ ਗੱਲਾਂ ਦੇ ਉੱਤੇ ਜ਼ੋਰ ਦੇ ਰਹੇ ਹੋ, ਕਿ ਖਾਣ ਦੇ ਉੱਤੇ ਜ਼ੋਰ ਦੇ ਰਿਹਾ, ਦੂਜਾ ਨਾ ਖਾਣ ਦੇ ਉੱਤੇ ਜ਼ੋਰ ਦੇ। ਦੋਵੇਂ ਲੜ ਰਹੇ ਆ, ਦੋਵੇਂ ਲੜ ਰਹੇ ਆ। ਹਾਂਜੀ, ਦੇਖਦੇ ਹਾਂ। ਗੈਂਡਾ ਮਾਰ ਮੋਹ ਜਗ ਕੀਏ, ਦੇਵਤਿਆਂ ਕੀ ਬਾਣੇ। ਦੇਵਤਿਆਂ ਦੀ ਆਦਤ ਦੇ ਮੁਤਾਬਕ, ਦੇਵਤਿਆਂ ਦੀ ਪਸੰਦ ਦੇ ਮੁਤਾਬਕ ਗੈਂਡਾ ਮਾਰ ਕੇ ਹੋਮ ਜਗ ਨਹੀਂ ਹੋਏ। ਗੈਂਡਾ ਮਾਰ ਕੇ, ਗੈਂਡੇ ਦੀ ਬਲੀ ਦੇ ਕੇ ਹੋਮ ਜਗ ਨਹੀਂ ਹੋਏ। ਤੇ ਦੇਵਤਿਆਂ ਦੀ ਬਾਣ ਆ, ਦੇਵਤਿਆਂ ਦੀ ਇਹ ਆਦਤ ਹੈ, ਦੇਵਤੇ ਕਰਦੇ ਰਹੇ ਆ, ਦੇਵਤੇ ਸਾਰਾ ਕੁਝ ਆਪਣੇ ਜੱਗਾਂ ਦੇ ਅੰਦਰ ਨਿਭਾਉਂਦੇ ਰਹੇ ਆ ਜੀ। ਮਾਸ ਛੋੜ ਬੈਸ ਨੱਕ ਪਕੜੈ, ਵਾਤੀ ਮਾਨਸ ਖਾਣੇ। ਮਾਸ ਛੱਡ ਕੇ ਨੱਕ ਫੜ ਕੇ ਬੈਠੇ ਆ ਵੀ ਸਾਨੂੰ ਬਦਬੂ ਆਉਂਦੀ ਆ। ਨੱਕ ਫੜਿਆ ਹੋਇਆ, ਮੂੰਹ ਵੱਟਦੇ ਆ, ਬੁੱਲ ਕੱਢਦੇ ਆ। ਰਾਤੀ ਮਾਨਸ ਖਾਣੇ, ਰਾਤ ਨੂੰ ਵਿਉਂਤਾਂ ਬਣਾਉਂਦੇ ਆ ਵੀ ਫਲਾਣੇ ਨੂੰ ਲੁੱਟਣਾ ਕਿਵੇਂ ਆ, ਉਹਨੂੰ ਵਿਆਜ ਵਧਾਉਣਾ ਕਿਵੇਂ ਆ, ਫਲਾਣੇ ਨੂੰ ਇਦਾਂ ਕਿਵੇਂ ਕਰਨਾ, ਉਹਨੂੰ ਕਿਵੇਂ ਗਲਾ ਘੁੱਟਣਾ, ਉਹਨੂੰ ਕਿਵੇਂ ਛਿੱਲਣਾ। ਰਾਤ ਨੂੰ ਵਿਉਂਤਾਂ ਬਣਾ, ਰਾਤੀ ਮਾਨਸ ਖਾਣੇ। ਰਾਤ ਨੂੰ ਬੰਦੇ ਖਾਣ ਦੀਆਂ ਸਲਾਹਾਂ ਕਰਦੇ ਆ ਤੇ ਦਿਨੇ ਨੱਕ ਫੜ ਫੜ ਕੇ ਇਦਾਂ ਕਰਦੇ ਆ। ਜਿਹੜਾ ਇਹ ਵਿਚਾਰ ਗੁਰੂ ਨਾਨਕ ਸਾਹਿਬ ਦੇ ਵੇਲੇ ਪ੍ਰਚਲਿਤ ਸੀ, ਹੈ, ਔਰ ਸ਼ਾਇਦ ਅੱਗੇ ਵੀ ਰਹੇਗਾ। ਹਾਂਜੀ। ਫਲ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ। ਗਿਆਨ ਧਿਆਨ ਦੀ ਤਾਂ ਸਮਝ ਨਹੀਂ ਹੈਗੀ, ਪਰ ਆ ਜਿਹੜਾ ਨੱਕ ਫੜ ਕੇ ਆ ਨਾ, ਲੋਕਾਂ ਨੂੰ ਦਿਖਲਾਵੇਂ, ਲੋਕਾਂ ਨੂੰ ਵਿਖਾਉਂਦੇ ਆ ਵੀ ਸਾਨੂੰ ਬੜੀ ਨਫ਼ਰਤ ਆ, ਅਸੀਂ ਨਹੀਂ ਇਹਦੇ ਨੇੜੇ ਜਾਂਦੇ। ਫੜ ਕਰ ਲੋਕਾਂ ਨੂੰ ਦਿਖਲਾਵੇਂ, ਲੋਕਾਂ ਨੂੰ ਵਿਖਾਉਂਦੇ ਆ। ਇਹ ਮੈਂ ਨਹੀਂ ਕਹਿ ਰਿਹਾ, ਜਾਂ ਸਾਡੇ ਤੇ ਨਾ ਕੁਛ ਆ ਜਾਏ, ਤੁਸੀਂ ਕੋਈ ਇਦਾਂ ਦਾ ਭਾਵਨਾ ਲੈ ਲਿਓ। ਸ਼ਲੋਕ ਤੁਹਾਡੇ ਸਾਹਮਣੇ ਆ, ਤੁਸੀਂ ਆਪ ਖੁਦ ਵੀ ਅਰਥ ਪੜ੍ਹਿਓ। ਹਾਂਜੀ। ਨਾਨਕ ਅੰਧੇ ਸਿਓ ਕਿਆ ਕਹੀਏ, ਕਹਿ ਨਾ ਕਹਿਆ ਬੂਝੈ। ਅੰਨੇ ਨੂੰ ਕੀ ਆਖੀਏ? ਅੰਨੇ ਨੂੰ, ਅੰਨੇ ਦਾ ਮਤਲਬ ਜਿਹਦੇ ਮੂੰਹ ਦੇ ਉੱਤੇ ਦੋ ਅੱਖਾਂ ਨਹੀਂ, ਉਹਨੂੰ ਅੰਨਾ ਨਹੀਂ ਕਹਿੰਦੇ। ਆਪਾਂ ਪੜ੍ਹ ਚੁੱਕੇ ਹਾਂ, ਹੈ ਨਾ। ਅੰਧੇ ਨੂੰ ਕੀ ਆਖੀਏ? ਅੰਧੇ ਸਿਓ ਕਿਆ ਕਹੀਏ, ਇਹਨੂੰ ਕੀ ਆਖੀਏ? ਕਹੇ ਨਾ ਕਹਿਆ ਬੁੱਝੇ।
ਇਹ ਨਾ ਕਹਿਣਾ ਜਾਣਦਾ, ਨਾ ਦੱਸਣਾ ਜਾਣਦਾ, ਤੇ ਨਾ ਦੱਸੇ ਹੋਏ ਨੂੰ ਸਮਝਣਾ ਜਾਣਦਾ। ਇਹਨੂੰ ਅੰਨੇ ਨੂੰ ਕੀ ਕਰੀਏ ਹੁਣ? ਕਿਹਦੇ ਨਾਲ ਮੱਥਾ ਮਾਰੀਏ? ਤੇ ਮਹਾਰਾਜ ਕਹਿੰਦੇ ਇਹਦੇ ਕੋਲ ਗਿਆਨ ਧਿਆਨ ਵਿਚਾਰੇ ਕੋਲ ਹੈ ਹੀ ਨਹੀਂ, ਹੈ ਹੀ ਅੰਨਾ ਆ। ਹੁਣ ਅੰਨੇ ਨੂੰ ਕੀ ਆਖੀਏ? ਨਾ ਇਹਨੂੰ ਕਹਿਣਾ ਆਉਂਦਾ, ਦੱਸਣਾ ਆਉਂਦਾ, ਤੇ ਨਾ ਇਹਨੂੰ ਦੱਸੇ ਨੂੰ ਸਮਝਣਾ ਆਉਂਦਾ ਆ। ਅੰਧਾ ਸੋਏ ਜੇ ਅੰਧ ਕਮਾਵੇ, ਤਿਸ ਹਿਰਦੈ ਸੇ ਲੋਚਨ ਨਾਹੀ। ਇਹਦੇ ਕੋਲ ਸੁਰਤੀ ਦੀਆਂ ਅੱਖਾਂ, ਹਿਰਦੈ ਸੇ ਲੋਚਨ ਨਾਹੀ। ਇਹਦੇ ਹਿਰਦੇ 'ਚ ਅੱਖਾਂ ਨਹੀਂ ਹੈਗੀਆਂ, ਇਹਦੀਆਂ ਸੁਰਤੀ ਦੀਆਂ ਅੱਖਾਂ, ਗਿਆਨ ਧਿਆਨ ਦੀਆਂ ਅੱਖਾਂ ਨਹੀਂ ਹੈਗੀਆਂ ਇਹਦੇ ਕੋਲ। ਇਹ ਵਿਚਾਰਾ ਅੰਨਾ ਆ। ਮਾਤ ਪਿਤਾ ਕੀ ਰਖਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਇਸਤਰੀ ਪੁਰਖੈ ਜਾਂ ਨਿਸ ਮੇਲਾ, ਉਥੈ ਮੰਦ ਕਮਾਹੀ। ਮਾਸੋਂ ਨਿਮੇ ਮਾਸੋਂ ਜਮੇ, ਹਮ ਮਾਸੈ ਕੇ ਬਾਂਡੇ। ਗਿਆਨ ਧਿਆਨ ਕਛ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਹਾਂ, ਪਾਂਡੇ ਤੂੰ ਬੜਾ ਚਤਰ, ਬੜਾ ਚਲਾਕ ਕਹਾ ਰਿਆ, ਆਉਂਦਾ ਜਾਂਦਾ ਤੈਨੂੰ ਕੱਖ ਨਹੀਂ ਆ। ਆਉਂਦਾ ਜਾਂਦਾ ਤੈਨੂੰ ਗਿਆਨ ਧਿਆਨ ਤੈਨੂੰ ਕੱਖ ਨਹੀਂ ਪਤਾ ਹੈਗਾ, ਪਰ ਚਲਾਕ ਤੂੰ ਬਹੁਤ ਬਣ ਰਿਹਾ। ਚਲਾਕ ਬਹੁਤ ਬਣ ਰਿਹਾ। ਹਾਂਜੀ। ਬਾਹਰ ਦਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਜੀ ਜੰਤ ਸਭ ਮਾਸੋਂ ਹੋਏ, ਜੀ ਲਿਆ ਵਾਸੇਰਾ। ਵਾਹ। ਅਪਾਖ ਪਖੈ ਪਖ ਤਜ ਛੋਟੈ, ਅੰਧ ਗੁਰੂ ਜਿਨ ਕੇਰਾ। ਮਾਸੋਂ ਨਿਮੇ ਮਾਸੋਂ ਜਮੇ, ਹਮ ਮਾਸੈ ਕੇ ਭਾਂਡੇ। ਗਿਆਨ ਧਿਆਨ ਕਛ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਮਾਸ ਪੁਰਾਣੀ ਮਾਸ ਕਤੇ ਵੀ, ਚੌ ਜੁਗ ਮਾਸ ਕਮਾਣਾ। ਤੇਰੇ ਪੁਰਾਣਾਂ ਦੇ ਵਿੱਚ 18 ਪੁਰਾਣ, 18 ਪੁਰਾਣਾਂ ਦੇ ਵਿੱਚ ਮਾਸ ਦਾ ਜ਼ਿਕਰ ਆ। ਕਿਤਾਬਾਂ 4 ਕਿਤਾਬਾਂ, ਅੰਜੀਲ, ਤੁਰੇਤ, ਜੰਬੂਰ, ਕੁਰਾਨ, ਇਹਦੇ ਵਿੱਚ ਮਾਸ ਦਾ ਜ਼ਿਕਰ ਆ। ਚੌ ਜੁਗ ਮਾਸ, ਚੌ ਜੁਗ ਮਾਸ ਕਮਾਣਾ। ਚੌ ਜੁਗਾਂ ਦੇ ਵਿੱਚ ਜਿਹੜੇ ਤੂੰ ਮੰਨਦਾ ਆ, 4 ਯੁੱਗ ਤੇਰੇ, ਸਤਯੁਗ, ਦੁਆਪਰ, ਤ੍ਰੇਤਾ, ਇਹਨਾਂ 4 ਯੁੱਗਾਂ ਦੇ ਵਿੱਚ ਮਾਸ ਦੀ ਗੱਲ ਹੋਈ ਆ। ਤੇਰੀਆਂ ਆਪਣੀਆਂ ਧਰਮ ਗ੍ਰੰਥਾਂ ਦੇ ਅੰਦਰ ਮਾਸ ਦਾ ਜ਼ਿਕਰ ਆ। ਹਾਂਜੀ। ਜਜ ਕਾਜ ਪ੍ਰਿਆ ਸੁਹਾਵੈ, ਉਥੈ ਮਾਸ ਸਮਾਣਾ। ਬਿਲਕੁਲ। ਇਸਤਰੀ ਪੁਰਖ ਨਿਪਜੈ ਮਾਸੋਂ, ਪਾਤਸ਼ਾਹ ਸੁਲਤਾਨਾ। ਜੇ ਹੋਏ ਦਿਸੈ ਨਰਕ ਜਾਂਦੇ, ਤਾਂ ਉਨਕਾ ਦਾਨ ਨਾ ਲੈਣਾ। ਹਾਂ, ਜੇ ਤੈਨੂੰ ਲੱਗਦਾ ਵੀ ਇਹ ਨਰਕ ਨੂੰ ਜਾਣਗੇ ਆ ਜਿਹੜੇ, ਤੇ ਇਹਨਾਂ ਕੋ ਦਾਨ ਨਾ ਲਈ ਫਿਰ। ਜੇ ਤੈਨੂੰ ਲੱਗਦਾ ਨਾ ਵੀ ਆਹ ਜਿਹੜੇ ਆ ਇਹ ਨਰਕ ਨੂੰ ਜਾਣਗੇ, ਤੇ ਜਿਹੜੇ ਨਰਕਾਂ ਨੂੰ ਜਾਣਗੇ ਇਹ ਪਾਪ ਕਰਕੇ, ਤੇ ਉਹਨਾਂ ਕੋਲੋਂ ਦਾਨ ਨਾ ਲਈ ਫਿਰ, ਛੱਡ ਦੇ। ਦਾਨ ਤੂੰ ਸਾਰਿਆਂ ਕੋਲੋਂ ਲਈ ਜਾਣਾ, ਤੇ ਉਦਾਂ ਤੂੰ ਕਹੀ ਜਾਣਾ ਇਹ ਪਾਪੀ ਨੇ, ਪਾਪੀ ਨੇ, ਪਾਪੀ ਨੇ। ਫਿਰ ਦਾਨ ਛੱਡ ਦੇ, ਦਾਨ ਨਾ ਲਿਆ ਕਰ, ਕਰ ਪਾਸਾ ਇੱਕ। ਹਾਂਜੀ। ਦੇਤਾ ਨਰਕ ਸੁਰਗ ਲੈਂਦੇ, ਦੇਖੋ ਇਹ ਠਿਕਾਣਾ। ਦਾਨ ਦੇਣ ਵਾਲੇ ਨਰਕਾਂ ਨੂੰ ਜਾਣਗੇ, ਤੇ ਦਾਨ ਲੈਣ ਵਾਲਾ ਸਵਰਗ ਨੂੰ ਜਾਊਗਾ। ਦੇਖੋ ਇਹ ਧਿੰਗਾਣਾ, ਆ ਧੱਕਾ ਵੇਖੋ ਲੋਕੋ, ਆ ਵੇਖੋ ਧੱਕਾ। ਦਾਨ ਦੇਣ ਵਾਲਾ ਨਰਕਾਂ ਨੂੰ ਜਾਊਗਾ, ਤੇ ਦਾਨ ਲੈਣ ਵਾਲਾ ਸਵਰਗ ਨੂੰ ਜਾਊਗਾ। ਵੇਖੋ ਆ ਧੱਕਾ, ਵੇਖੋ ਇਹ ਧਿੰਗਾਣਾ, ਆ ਧਿੰਗਾਣਾ, ਆ ਧੱਕਾ ਵੇਖੋ ਦੁਨੀਆ ਦੇ ਲੋਕੋ, ਆ ਧੱਕਾ ਹੋ ਰਿਹਾ। ਇਹ ਕਰ ਕੀ ਰਿਹਾ ਵੇਖੋ। ਉਹ ਪਾਪੀ ਆ, ਉਹ ਨਰਕ ਨੂੰ ਜਾਊਗਾ, ਤੇ ਪਾਪੀ ਕੋਲੋਂ ਦਾਨ ਲੈ ਕੇ ਸਵਰਗ ਨੂੰ ਜਾਊਗਾ। ਕਮਾ ਲਿਆ। ਕੈਸਾ ਫੈਸਲਾ ਆ, ਕੈਸਾ ਇਨਸਾਫ ਹੋ ਰਿਹਾ। ਹਾਂਜੀ। ਆਪ ਨਾ ਬੁਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਪਾਂਡੇ ਬਹੁਤਾ ਸਿਆਣਾ ਆ, ਆਪ ਸਮਝਦਾ ਨਹੀਂ, ਆਪ ਇਹਨੂੰ ਆਉਂਦਾ ਜਾਂਦਾ ਕੱਖ ਨਹੀਂ, ਲੋਕਾਂ ਨੂੰ ਸਮਝਾ ਰਿਹਾ। ਹਾਂਜੀ। ਪਾਂਡੇ ਤੂੰ ਜਾਣੈ ਹੀ ਨਹੀਂ, ਕਿੱਥੋਂ ਵਾਸੂ ਪੰਨਾ। ਅਖੀਰ ਤੇ ਲਿਆ ਕੇ ਸਤਿਗੁਰੂ ਨੇ ਆ ਸਵਾਲ ਦੇਖੋ, ਸਵਾਲ ਹੀ ਰੱਦ ਕਰ ਦਿੱਤਾ। ਮਾਸ ਮਾਸ ਕਰ ਮੂਰਖ ਝਗੜੇ, ਤੇ ਅਖੀਰ ਤੇ ਲਿਆ ਕੇ ਮਹਾਰਾਜ ਕਹਿੰਦੇ ਨੇ ਪਾਂਡੇ ਤੂੰ ਜਾਣੇ ਹੀ ਨਹੀਂ, ਕਿੱਥੋਂ ਮਾਸ ਪੰਨਾ। ਮਾਸ ਹੈ ਕੀ ਤੈਨੂੰ ਪਤਾ ਹੀ ਨਹੀਂਗਾ। ਸਵਾਲ ਇਹ ਨਹੀਂ ਮਾਸ ਖਾਣਾ ਕਿ ਮਾਸ ਨਹੀਂ ਖਾਣਾ, ਸਵਾਲ ਇਹ ਆ ਮਾਸ ਹੈ ਕੀ।
ਇੱਥੋਂ ਵੇਖੋ ਸਵਾਲ ਹੋਣਾ। ਤੋਇਓ ਅੰਨ ਕਮਾਦ ਕਪਾਹਾ ਤੋਇਓ ਤ੍ਰਿਭਵਨ ਗੰਨਾ। ਤੋਏ, ਤੋਏ ਦਾ ਅਰਥ ਹੈ ਪਾਣੀ। ਤੋਇਓ, ਤੋਏ ਤੋਂ, ਪਾਣੀ ਤੋਂ। ਅਨਾਜ, ਆ ਸਾਰਾ ਕੁਝ ਪਾਣੀ ਤੋਂ ਹੀ ਪੈਦਾ ਹੋ ਰਿਹਾ। ਜਿੰਨੀਆਂ ਫਸਲਾਂ ਪੈਦਾ ਹੋ ਰਹੀਆਂ ਪਾਣੀ ਤੋਂ ਹੀ ਪੈਦਾ ਹੋ ਰਹੀਆਂ ਨੇ। ਤੋਇਓ ਤ੍ਰਿਭਵਨ ਗੰਨਾ, ਇਹ ਸੰਸਾਰ ਵੀ ਪਾਣੀ ਤੋਂ ਹੀ ਮੰਨਿਆ ਜਾ ਰਿਹਾ ਕਿ ਪੈਦਾ ਹੋਇਆ। ਹਾਂਜੀ। ਤੋ ਆਖੈ ਹਉ ਬੋ ਵਿਦ ਅੱਛਾ ਤੋਏ ਬਹੁਤ ਵਿਕਾਰਾ। ਹਾਂ, ਜੇ ਪਾਣੀ ਆਖੇ ਕਿ ਮੈਂ ਬੜਾ ਚੰਗਾ ਆ ਤਾਂ ਅਸਲ ਬਹੁਤੇ ਵਿਗਾੜ ਤਾਂ ਪਾਣੀ ਤੋਂ ਹੀ ਸ਼ੁਰੂ ਹੋ ਰਹੇ ਆ। ਇਤੇ ਰਸ ਛੋੜ ਹੋਵੇ ਸਨਿਆਸੀ ਨਾਨਕ ਕਹੈ ਵਿਚਾਰਾ। ਨਾਨਕ ਇਹ ਵਿਚਾਰ ਕਹਿੰਦਾ ਜੇ ਤੇ ਫਿਰ ਛੱਡਣਾ ਹੀ ਆ ਨਾ ਤੇ ਆ ਸਾਰੇ ਰਸ ਛੱਡ ਦੇ ਹੁਣ। ਅੰਨ, ਕਮਾਦ, ਕਪਾਹ, ਜਿੰਨਾ ਖਾਣ ਪੀਣ ਵਰਤੋਂ ਵਿਹਾਰ ਪਾਣੀ, ਇਹ ਸਾਰੇ ਰਸ ਛੱਡ ਦੇ ਤੇ ਫਿਰ ਤੇ ਮੰਨਿਆ ਕਿ ਤੂੰ ਸੰਨਿਆਸੀ ਆ। ਤੇ ਜੇ ਤੂੰ ਛੱਡ ਨਹੀਂ ਸਕਦਾ ਤੇ ਫਿਰ ਰੌਲਾ ਪਾਉਣਾ ਬੰਦ ਕਰ ਦੇ। ਇਹੋ ਜਿਹੇ ਰੌਲੇ ਦੇ ਵਿੱਚ ਕੱਖ ਨਹੀਂ ਰੱਖਿਆ। ਐਵੇਂ ਝਗੜੇ ਖੜੇ ਕਰਕੇ ਬੈਠਾ ਹੋਇਆ, ਤੈਨੂੰ ਪਤਾ ਹੀ ਨਹੀਂਗਾ ਅਸਲੀਅਤ ਵਿੱਚ ਮਾਸ ਹੈ ਕੀ, ਕਿਹਨੂੰ ਮਾਸ ਕਹਿੰਦੇ ਆ ਜੀ। ਪੌੜੀ ਹੋ ਕਿਆ ਆਖਾਂ ਇੱਕ ਜੀਵ ਤੇਰਾ ਅੰਤ ਨਾ ਕਿਨਹੀ ਪਾਇਆ। ਸੱਚਾ ਸ਼ਬਦ ਵਿਚਾਰ ਸੇ ਤੁਝੀ ਮਾਹਿ ਸਮਾਇਆ। ਇੱਕ ਭਗਵਾ ਵੇਸ ਕਰ ਭਰਮ ਦੇ ਬਿਨ ਸਤਿਗੁਰ ਕਿਨੈ ਨਾ ਪਾਇਆ। ਵੇਸ ਦਿਸੰਤਰ ਭਵ ਤੱਕੇ ਤੁਧ ਅੰਦਰ ਆਪ ਲੁਕਾਇਆ। ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ। ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ। ਆਵਾ ਗੋਣ ਬਜ਼ਾਰੀਆ ਬਾਜ਼ਾਰ ਜਿਨੀ ਰਚਾਇਆ। ਇੱਕ ਤੇਰ ਸੱਚਾ ਸਾਲਾਹਣਾ ਜਿਨ ਮਨ ਸੱਚਾ ਪਾਇਆ। ਸ਼ਲੋਕ ਪਹਿਲਾ ਪਹਿਲਾ। ਨਾਨਕ ਮਾਇਆ ਕਰਮ ਫਲ ਨਾਨਕ ਮਾਇਆ ਕਰਮ ਬਿਰਖ ਫਲ ਨਹੀਂ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ। ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ। ਮਹਿਲਾ ਦੂਜਾ। ਨਾਨਕ ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ ਇਨੀ ਜਲੀ ਨਾਮ ਵਿਸਾਰਿਆ ਇਕ ਨਾ ਚਲਿਆ ਨਾਲ। ਪੌੜੀ ਸਿਰ ਸਿਰ ਹੋਏ ਨਿਬੇੜ ਹੁਕਮ ਚਲਾਇਆ। ਤੇਰੇ ਹੱਥ ਨਿਬੇੜ ਤੂੰ ਹੈ ਮਨ ਪਾਇਆ। ਕਾਲ ਚਲਾਏ ਬੰਨ ਕੋਈ ਨਾ ਨਕਸੀ। ਜੜ ਜਰਵਾਣਾ ਕੰਨ ਚੜਿਆ ਨੱਚ ਸੀ। ਜਰਵਾਣਾ ਤੇ ਰੁਕੀ ਜੀ। ਜੜ ਜਰਵਾਣਾ ਕੰਨ ਚੜਿਆ ਨੱਚ ਸੀ। ਸਤਿਗੁਰ ਮੋਹਿਤ ਬੇੜ ਸੱਚਾ ਰਖਸੀ। ਅਗਨ ਭਖੈ ਪੜਹਾੜ ਅਣਦਿਲ ਭਖਸੀ। ਹਾਥਾ ਚੁਕੇ ਚੋਗ ਹੁਕਮੀ ਛੁਟ ਸੀ। ਕਰਤਾ ਕਰੇ ਸੋਗ ਕੂੜ ਨਿਕਟ ਸੀ। ਸ਼ਲੋਕ ਮਹਿਲਾ ਪਹਿਲਾ। ਘਰ ਮੈਂ ਘਰ ਦੇ ਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਪੰਜ ਸ਼ਬਦ ਧੁਨ ਕਾਦ ਧੁਨ ਤਹ ਬਾਜੈ ਸ਼ਬਦ ਨਿਸ਼ਾਨ। ਦੀਪ ਲੋਕ ਪਾਤਾਲ ਤਹ ਖੰਡ ਮੰਡਲ ਹੈਰਾਨ। ਤਾਰ ਘੋਰ ਬਾਜਿੰਦਰ ਤੈ ਸਾਜ ਤਖਤ ਸੁਲਤਾਨ। ਸੁਖਮਨ ਕਹਿ ਕਰ ਲਾਗ ਸੁਨ ਸੁਨ ਮੰਡਲ ਨਿਵਲਾਏ। ਅਕਥ ਕਥਾ ਵਿਚਾਰੀਐ ਮਨਸਾ ਮਨੈ ਸਮਾਏ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੋਂ ਨਾ ਜਾਏ। ਅਜਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ। ਸਭ ਸਖੀਆਂ ਪੰਜੇ ਮਿਲੇ ਗੁਰਮੁਖ ਨਿਜ ਘਰ ਵਾਸ। ਸ਼ਬਦ ਖੋਜੇ ਕਰ ਲੈ ਨਾਨਕ ਦਾਗਾ ਦਾਸ। ਪਹਿਲਾ ਪਹਿਲਾ।
चिलमिल बिसियार दुनिया फानी, कालूब अकल मन गोर ना मानी। मन कमीन कामतरीन तू दरियाओ खुदाया, एक चीज मुझे दे अबर जहर चीज ना पाया। ਵਾਹ। प्राग खाम खूजे, प्राग खाम खूजे हिकमत खुदाया, मन तो आना तू कुदरती आया। सग नानक दीवान मस्ताना, नित चढ़े सवाया। आदर्श दुनिया खुणक नाम खुदाया। पौड़ी नवी महला पंजवा। ਹਾਂਜੀ, ਗੁਰੂ ਨਾਨਕ ਸਾਹਿਬ ਜੀ ਦੀ ਇਹ ਵਾਰ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ ਸਾਰੀਆਂ ਪੌੜੀਆਂ ਨੇ, ਪਰ ਇਹਨਾਂ ਪੌੜੀਆਂ ਦੇ ਵਿੱਚ ਇੱਕ ਪੌੜੀ ਹੈ ਜਿਹੜੀ 27 ਨੰਬਰ ਆ ਰਹੀ ਹੈ, ਇਹ ਗੁਰੂ ਅਰਜਨ ਸਾਹਿਬ ਜੀ ਦੀ ਆ। ਔਰ ਸਾਡੇ ਕੋਲ ਹੈਡਿੰਗ ਆ ਰਿਹਾ ਪੌੜੀ ਨਵੀਂ ਮਹਿਲਾ ਪੰਜਵਾਂ, ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਾਰ ਪਹਿਲਾਂ ਰਚੀ ਗਈ, ਫਿਰ ਕਿੰਨੇ ਸਮੇਂ ਬਾਅਦ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਬੈਠਦੇ ਆ। ਔਰ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਇਹ ਵਾਰ ਪੁਰਾਣੀ ਆ, ਪਹਿਲਾਂ ਦੀ ਆ, ਤੇ ਮਹਾਰਾਜ ਨੇ ਉਹਦਾ ਹੈਡਿੰਗ ਇਹ ਦਿੱਤਾ ਪੌੜੀ ਨਵੀਂ, ਯਾਨੀ ਕਿ ਹੁਣ ਰਚੀ ਗਈ ਆ। ਮੌਕੇ ਦੇ ਉੱਤੇ ਸੰਪਾਦਨ ਕਰਦਿਆਂ ਮਹਾਰਾਜ ਨੇ ਵਿਆਖਿਆ ਨੂੰ ਰੱਖਦਿਆਂ ਇਸ ਪੌੜੀ ਦਾ ਉਚਾਰਨ ਕੀਤਾ। ਸਭੋ ਵਰਤੈ ਚਲਤ ਚਲਤ ਵਖਾਣਿਆ, ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ। ਲੱਥੇ ਸਭ ਵਿਕਾਰ ਸ਼ਬਦ ਨਿਸ਼ਾਨਿਆ, ਸਾਧੂ ਸੰਗ ਉਧਾਰ ਭਏ ਨਿਗਾਣਿਆ। ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ, ਪ੍ਰਗਟ ਭਇਆ ਸੰਸਾਰ ਮਿਹਰ ਛਾਵਾਣਿਆ। ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ, ਨਾਨਕ ਲੈ ਮਿਲਾਏ ਖਸਮੈ ਬਾਣਿਆ। ਸ਼ਲੋਕ ਮਹਿਲਾ ਪਹਿਲਾ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਵੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਮਹਿਲਾ ਪਹਿਲਾ। ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇਜ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਪੌੜੀ। ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ, ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ। तेरी खत में तो तू है जानता, तुद कीमत पाई। तू अलख गोचर गम है गुरमत दिखाई। अंतर ज्ञान दुख परम है गुर ज्ञान गवाई। जिस कृपा करे तिस मेल लहे, सो नाम ते आई। तू करता पुरख अगम है रवैया सब ठाई। जित तू आए सच्चिया तित को लगे नानक गुण गाई। तू करता पुरख अगम है रवैया सब ठाई। ਜਿਤ ਤੂੰ ਲਾਏ ਸੱਚਿਆ ਤਿਤੈ ਕੋ ਲਗੈ ਨਾਨਕ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਸਾਡੀਆਂ ਇਸ ਵਾਰ ਦੀਆਂ